ਠਾਡੇ ਦਰਬਾਰ ਤੁਝ ਬਿਨਾ ਸੁਰਤ ਕਰੈ ਕੋ ਮੇਰੀ। ਦਰਸ਼ਨ ਦੀਜੈ ਖੋਲ ਕਿਵਾਰ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਚੌਥਾ। ਜਿਨਾ ਸਤਿਗੁਰ ਪਾਇਆ, ਤਿਨ ਹਰ ਪ੍ਰਭ ਮੇਲ ਮਿਲਾਏ ਰਾਮ। ਤਿਨ ਚਰਨ ਸਰੇਵਹਿ, ਹਮ ਲਾਗਹਿ ਤਿਨ ਕੈ ਪਾਏ ਰਾਮ। ਜਿਨ ਸਤਿਗੁਰ ਪਾਇਆ, ਤਿਨ ਹਰ ਪ੍ਰਭ ਮੇਲ ਮਿਲਾਏ ਰਾਮ। ਤਿਨ ਚਰਨ ਸਰੇਵਹਿ, ਹਮ ਲਾਗਹਿ ਤਿਨ ਕੈ ਪਾਏ ਰਾਮ। ਹਰ ਹਰ ਚਰਨ ਸਰੇਵਹਿ, ਤਿਨ ਕੇ ਜਿਨ ਸਤਿਗੁਰ ਪੁਰਖ ਪ੍ਰਭ ਧਿਆਇਆ। ਤੂੰ ਵੱਡ ਦਾਤਾ ਅੰਤਰਜਾਮੀ, ਮੇਰੀ ਸ਼ਰਧਾ ਪੂਰ ਹਰ ਰਾਇਆ। ਗੁਰਸਿੱਖ ਮੇਲ ਮੇਰੀ ਸ਼ਰਧਾ ਪੂਰੀ, ਅਨ ਦਿਨ ਰਾਮ ਗੁਣ ਗਾਏ। ਜਿਨ ਸਤਿਗੁਰ ਪਾਇਆ, ਤਿਨ ਹਰ ਪ੍ਰਭ ਮੇਲ ਮਿਲਾਏ। ਗੁਰਸਿੱਖ ਮੇਲ ਮੇਰੀ ਸ਼ਰਧਾ ਪੂਰੀ, ਅਨ ਦਿਨ ਰਾਮ ਗੁਣ ਗਾਏ। ਜਿਨ ਸਤਿਗੁਰ ਪਾਇਆ, ਤਿਨ ਹਰ ਪ੍ਰਭ ਮੇਲ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ, ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿ ਰਹਿਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ
ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ। ਸੰਪੂਰਨ ਰੈਣ ਆਪਣੇ ਹੀ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀਆਂ ਬਖਸ਼ਿਸ਼ਾਂ ਦਾ ਦਰ ਖੋਲ੍ਹਿਆ। ਸਾਡੇ ਵਾਸਤੇ ਜੋ ਉਪਦੇਸ਼ ਪ੍ਰਾਪਤ ਹੋਏ ਨੇ, ਜਿਸ ਨੂੰ ਸਾਡੇ ਵਡੇਰੇ ਸਦਾ ਹੀ ਸ਼੍ਰੀ ਮੁਖ ਵਾਕ ਕਹਿੰਦੇ ਆਏ ਨੇ, ਤੇ ਅੱਜ ਮਹਾਰਾਜ ਫਿਰ ਰੋਕ ਕੇ ਕਹਿੰਦੇ ਨਾ ਕਿ ਕਰਤਾ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਵੇ ਤਾਂ ਨਾਮ ਧਿਆਇਆ ਜਾਂਦਾ। ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਸਤਿਗੁਰ ਮਿਲੈ ਵਡ ਭਾਗ ਤਾਂ ਸਹਿਜ ਗੁਣ ਗਾਈਐ ਜੀਉ। ਇਹਨਾਂ ਤੁਕਾਂ ਦਾ, ਇਸ ਪਾਵਨ ਵਿਚਾਰ ਦਾ ਸਧਾਰਨ ਜੇ ਸਾਡੇ ਅਰਥ ਜੇ ਬਚਾਓ ਵਾਲੇ ਕਰ ਲੈਂਦੇ ਹਾਂ ਕਿ ਬਸ ਜਦੋਂ ਵਾਹਿਗੁਰੂ ਕਿਰਪਾ ਕਰੇਗਾ ਉਦੋਂ ਜਪਿਆ ਕਰਾਂਗੇ। ਜੇ ਹੁਣ ਅਸੀਂ ਵਾਹਿਗੁਰੂ ਵਾਹਿਗੁਰੂ ਨਹੀਂ ਜਪਦੇ, ਬੰਦਗੀ ਨਹੀਂ ਕਰਦੇ ਤੇ ਕਿਲੇ ਅਜੇ ਮਹਾਰਾਜ ਨੇ ਕਿਰਪਾ ਨਹੀਂ ਕੀਤੀ। ਮਹਾਰਾਜ ਕਿਰਪਾ ਕਰਨਗੇ ਤੇ ਆਪਾਂ ਜਪ ਲਾਂਗੇ। ਇਸ ਤਰ੍ਹਾਂ ਅਸੀਂ ਓਲਾ ਲੈ ਲੈਂਦੇ ਹਾਂ ਸ਼ਬਦ ਦਾ ਆਪਣੀ ਮਰਜ਼ੀ ਨਾਲ ਅਰਥ ਕਰਕੇ। ਇਸੇ ਨੂੰ ਮਨਮਤ ਕਹਿੰਦੇ ਨੇ। ਮਨਮਤ ਹੋਰ ਕਿਤੇ ਦੂਸਰੇ ਧਰਮ ਵਾਲਾ, ਦੂਸਰੇ ਸੰਪਰਦਾ ਵਾਲਾ ਥੋੜ੍ਹਾ ਕਰਦਾ ਹੈ। ਉਹ ਤਾਂ ਆਪਣੇ ਗੁਰੂ ਦੀ ਸਿੱਖਿਆ ਮੰਨਦਾ ਹੋਏਗਾ। ਅਸੀਂ ਕਰਦੇ ਹਾਂ ਜਦੋਂ ਗੁਰੂ ਕੇ ਸ਼ਬਦ ਨੂੰ ਆਪਣੇ ਮਨ ਦੇ ਤਰਕ ਦੇ ਓਲੇ ਕਰ ਲੈਂਦੇ ਹਾਂ ਅਤੇ ਆਪਣੇ ਮਨ ਦੇ ਤਰਕ ਦੇ ਨਾਲ ਗੁਰੂ ਕੇ ਬਚਨ ਦੇ, ਗੁਰੂ ਦੇ ਉਪਦੇਸ਼ ਵਿਚਾਰ ਨੂੰ ਆਪਣੇ ਤਰੀਕੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਸੱਚ ਇਹ ਹੈ ਕਿ ਅਸਾਂ ਪਹਿਲਾਂ ਯਤਨ ਕਰਨਾ ਹੈ, ਮਹਾਰਾਜ ਮੇਰੇ 'ਤੇ ਕਿਰਪਾ ਕਰੋ। ਇਸ ਲਈ ਅਰਦਾਸ ਕਰਨੀ ਹੈ, ਮੇਰੇ 'ਤੇ ਕਿਰਪਾ ਕਰੋ। ਅਤੇ ਕਿਰਪਾ ਹੋਣ ਦੀ ਨਿਸ਼ਾਨੀ ਕੀ? ਫਿਰ ਨਾਮ ਜਪਣ 'ਚ ਜੁਟ ਗਏ। ਜਦੋਂ ਨਾਮ ਜਪਣਾ ਚੰਗਾ ਲੱਗਣ ਲੱਗ ਪਵੇ, ਹੌਲੀ ਹੌਲੀ ਮਨ ਆਪੇ ਰਾਸੇ ਪੈਣ ਲੱਗ ਪਏ, ਸਮਝ ਲਓ ਮਹਾਰਾਜ ਦੀ ਕਿਰਪਾ ਹੋਣ ਲੱਗ ਪਈ। ਅਤੇ ਅਸਾਂ ਇਹੀ ਤੇ ਯਤਨ ਕਰਨਾ। ਔਰ ਇਸੇ ਖੁਲਾਸੇ ਦਾ ਮਹਾਰਾਜ ਨੇ ਜ਼ਿਕਰ ਕੀਤਾ ਹੈ ਵੀ ਜਦੋਂ ਪ੍ਰਭੂ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਅਤੇ ਫਿਰ ਵਿਅਕਤੀ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ। ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਐ ਜੀਉ। ਫਿਰ ਹੁੰਦਾ ਗੁਣ ਗਾਏ ਵਿਗਸੈ ਸਦਾ ਅਨ ਦਿਨ। ਫਿਰ ਉਹਨੂੰ ਵਿਕਾਸ ਪ੍ਰਾਪਤ ਹੋ ਜਾਂਦਾ ਹੈ। ਇਸ ਖੁਲਾਸੇ ਤੱਕ ਪਹੁੰਚਣ ਵਾਸਤੇ ਸਾਡੇ ਕੋਲ ਜੋ ਸੀੜੀ ਹੈ, ਜੋ ਵਾਇਆ ਹੈ, ਉਹ ਆਹ ਲੜੀਵਾਰ ਸ਼ਬਦ ਦੇ ਵਿਚਾਰ ਹੁੰਦੇ ਨੇ, ਜਿਨ੍ਹਾਂ ਦਾ ਬੈਠ ਕੇ ਅਸੀਂ ਸਿਲਸਿਲੇਵਾਰ ਇੱਥੇ ਵਿਚਾਰ ਦਰਸ਼ਨ ਕਰਨ ਦਾ ਯਤਨ ਕਰਦੇ ਹਾਂ। ਅਤੇ ਵਿਚਾਰ ਦਰਸ਼ਨ ਹਰ ਇੱਕ ਦਾ ਆਪੋ ਆਪਣਾ ਹੋ ਜਾਂਦਾ ਹੈ, ਕਿਉਂਕਿ ਇਹ ਕੋਈ ਕੰਧ ਚਿੱਤਰ 'ਤੇ ਹੈ ਨਹੀਂ ਵੀ ਸਾਰਿਆਂ ਇੱਕ ਸਮਾਨ ਦੇਖ, ਵੀ ਲਾਈਟ ਪੈ ਗਈ ਸਾਰਿਆਂ ਇੱਕ ਸਮਾਨ ਦੇਖ ਲਿਆ। ਇਹ ਕੰਧ ਚਿੱਤਰ ਨਹੀਂ ਹੈ, ਤਸਵੀਰ ਨਹੀਂ ਹੈ। ਇਹ ਉਹ ਤਸਵੀਰ ਹੈ ਜੋ ਹਰ ਇੱਕ ਦੇ ਮਨ ਵਿੱਚ, ਹਰ ਇੱਕ ਦੇ ਚਿੱਤ ਵਿੱਚ ਆਪੋ ਆਪਣੀ ਬਣਨੀ ਹੈ। ਕੋਈ ਕਿਤਨੇ ਗਹਿਰੇ ਰੰਗ ਪਾ ਲੇਗਾ ਇਹਦੇ ਵਿੱਚ, ਔਰ ਇਹ ਰੰਗ ਪ੍ਰੇਮ ਦੇ ਹੋਣੇ ਨੇ। ਕਿਤਨੇ ਗਹਿਰੇ ਰੰਗ ਉਹਦੇ ਹੋ ਜਾਣਗੇ, ਓਨਾ ਹੀ ਉਹਨੂੰ ਫਲ ਜ਼ਿਆਦਾ ਮਿਲਣ ਲੱਗ ਪਏਗਾ। ਜਿਉਂ-ਜਿਉਂ ਉਹ ਵਧਾਈਏ ਤਿਉਂ-ਤਿਉਂ ਹਰ ਸਿਉ ਰੰਗ। ਜਿਉਂ-ਜਿਉਂ ਇਸ ਪ੍ਰੇਮ ਨੂੰ ਵਧਦੇ ਜਾਵਾਂਗੇ, ਉਹ ਰੰਗ ਵੱਧਦਾ ਜਾਏਗਾ। ਅਤੇ ਅੱਜ ਇਸ ਪ੍ਰੇਮ ਦੇ ਵਿੱਚ ਆ ਕੇ ਸਾਨੂੰ ਮਹਾਰਾਜ ਜੁਗਤਾਂ ਦਿੰਦੇ ਨੇ ਕਿ ਭਾਈ ਜਿਉਂ-ਜਿਉਂ ਇਸ ਮਾਰਗ 'ਤੇ ਤੁਰੋਗੇ ਅਤੇ ਤੁਹਾਨੂੰ ਕੁਝ ਵਿਚਾਰ ਪ੍ਰਾਪਤ ਹੋਣਗੇ। ਜਿਵੇਂ ਸੜਕਾਂ 'ਤੇ ਚਲੀਏ ਅਤੇ ਮੀਲ ਪੱਥਰ ਮਿਲਦੇ ਨੇ, ਕੁਝ ਕਸਬੇ ਮਿਲਦੇ ਨੇ, ਕਿਤੇ ਬਾਗ ਅਤੇ ਢਾਬੇ ਮਿਲਦੇ ਨੇ, ਕਿਤੇ ਕਿਤੇ ਉਜਾੜ ਵੀ ਮਿਲ ਸਕਦੀ ਹੈ, ਕਿਤੇ ਬੀਆਬਾਨ ਦਰਿਆ ਜੰਗਲ ਵੀ ਹੋ ਸਕਦੇ ਨੇ, ਪਰ ਕਿਤੇ ਰੌਣਕਾਂ ਭਰੇ ਬਾਗ ਅਤੇ ਦਰਿਆਵਾਂ ਦੇ ਕਿਨਾਰੇ 'ਤੇ ਖੁਸ਼ਨੁਮਾ ਬਹਾਰਾਂ, ਇਹ ਸਭ ਸੜਕਾਂ 'ਤੇ ਮਿਲਦੀਆਂ ਨੇ। ਇਸੇ ਤਰ੍ਹਾਂ ਜਦੋਂ ਅਸੀਂ ਅਧਿਆਤਮ ਮਾਰਗ 'ਤੇ ਤੁਰਦੇ ਹਾਂ, ਇੱਥੇ ਵੀ ਵਿਚਾਰਾਂ ਮਿਲਦੀਆਂ ਨੇ। ਕੁਝ ਵਿਚਾਰਾਂ ਮਨ ਨੂੰ ਬਹੁਤ ਚੰਗੀਆਂ ਲੱਗਦੀਆਂ ਨੇ, ਕੁਝ ਵਿਚਾਰਾਂ ਐਸੀਆਂ ਵੀ ਮਿਲਦੀਆਂ ਨੇ ਜਿਨ੍ਹਾਂ ਦੇ ਨਾਲ ਮਨ ਪੂਰੀ ਤਰ੍ਹਾਂ ਸਹਿਮਤ ਨਹੀਂ ਹੁੰਦਾ। ਕਹਿੰਦਾ ਨਹੀਂ ਮਹਾਰਾਜ ਇਹ ਕੀ ਹੈ, ਇਹ ਕਿਸ ਤਰ੍ਹਾਂ ਹੋ ਸਕਦਾ ਹੈ।
ਪਰ ਉਹ ਰਸਤੇ ਦੇ ਪੜਾਵ ਨੇ, ਉਹਨਾਂ ਦੇ ਵਿੱਚੋਂ ਲੰਘਣਾ ਪੈਣਾ। ਇਹਨਾਂ ਵਿੱਚੋਂ ਇੱਕ ਵਿਚਾਰ ਦਾ ਪੜਾਵ ਇਹ ਹੈ ਕਿ ਜਿਉਂ-ਜਿਉਂ ਚੇਤਨਾ ਇਸ ਪਾਸੇ ਤੁਰੀ ਜਾਏਗੀ, ਤਿਉਂ-ਤਿਉਂ ਆਪਣੇ ਸਤਿਗੁਰ ਦੇ ਪ੍ਰਤੀ ਅਤੇ ਆਪਣੇ ਸਤਿਗੁਰ ਦੇ ਪਿਆਰਿਆਂ ਦੇ ਪ੍ਰਤੀ ਸਾਡੇ ਮਨ ਵਿੱਚ ਭਾਵ ਵੱਧਦਾ ਜਾਏਗਾ। ਇੱਥੇ ਪਿੱਛੇ ਇੱਕ ਬਚਨ ਪੜ੍ਹਿਆ ਸੀ ਨਾ ਕਿ ਜਿਹੜਾ ਵੀ ਸੇਵਕ ਭਾਏ ਮਿਲੇ, ਆਪਣੇ ਸਤਿਗੁਰੂ ਨੂੰ ਮਿਲਣ ਦਾ ਜੋ ਤਕਨੀਕੀ ਨੁਕਤਾ ਹੈ ਉਹ ਸੇਵਕਤਾ ਵਾਲਾ ਹੈ। ਆ ਸੰਸਾਰ ਦੇ ਲੋਕ ਕਹਿੰਦੇ ਨੇ ਵੀ ਭੇਟਾ ਲੈ ਕੇ ਜਾਓ, ਗੁਰੂ ਦਰਬਾਰ 'ਚ ਖਾਲੀ ਹੱਥ ਨਹੀਂ ਜਾਓ, ਇੱਥੇ ਰੁਮਾਲਾ ਲੈ ਕੇ ਜਾਓ, ਦੇਗ ਲੈ ਕੇ ਜਾਓ, ਫੁੱਲ ਲੈ ਕੇ ਜਾਓ। ਲੋਕ ਆਪਣੇ ਆਪਣੇ ਢੰਗ ਦੇ ਨਾਲ ਦੱਸਦੇ ਹੋਣਗੇ, ਭਲਾ ਹੈ ਭਾਈ, ਉਹਨਾਂ ਦੀ ਸੋਚ ਮੱਤ ਵੈਸੀ ਕੰਮ ਕਰਦੀ ਹੋਏਗੀ। ਪਰ ਗੁਰੂ ਪਾਤਸ਼ਾਹ ਕਹਿਣ ਲੱਗੇ ਨਹੀਂ, ਜਦੋਂ ਮੇਰੇ ਕੋਲ ਆਓ ਨਾ ਤਾਂ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ। ਇਹਨਾਂ ਚੀਜ਼ਾਂ ਦੀ ਲੋੜ ਸੰਸਾਰ ਦੇ ਵਿੱਚ ਹੈ। ਸੰਸਾਰ ਨੂੰ ਸਮਾਜ ਵਿੱਚ ਤੁਸੀਂ ਜੋ ਬਣਤਰਾਂ ਬਣਾਈਆਂ ਨੇ ਉਹਦੇ ਵਾਸਤੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੋ ਸਕਦੀ ਹੈ, ਪਰ ਗੁਰੂ ਅਤੇ ਗੁਰੂ ਦੇ ਸਿੱਖ ਦੇ ਵਿੱਚ ਇਹਨਾਂ ਵਸਤੂਆਂ ਦਾ ਕੋਈ ਥਾਂ ਨਹੀਂ ਹੈ। ਗੁਰੂ ਅਤੇ ਗੁਰੂ ਦੇ ਸਿੱਖ ਦੇ ਵਿੱਚ ਅਗਰ ਕੋਈ ਵਸਤੂ ਹੈ ਤਾਂ ਉਹ ਹੈ ਭਾਵਨਾ, ਉਹ ਹੈ ਭਾਏ, ਪਿਆਰ। ਅਤੇ ਭਾਵਨਾ ਕਿਹੋ ਜਿਹੀ ਹੋਵੇ? ਗੁਰੂ ਦੇ ਪ੍ਰਤੀ ਆਪਣੇ ਸਿੱਖ ਦੀ ਭਾਵਨਾ ਕਿ ਤੇ ਕਹਿਣ ਲੱਗੇ ਸੇਵਕ ਵਾਲੀ। ਬਸ ਸਿੱਖ ਅਤੇ ਸੇਵਕ ਇਹ ਇੰਨੇ ਨਜ਼ਦੀਕ ਨੇ, ਆਪਸ ਵਿੱਚ ਨੇ ਕਿ ਬਲਕਿ ਸੇਵਕ ਦੀ ਭਾਵਨਾ ਹੀ ਪਹਿਲੀ ਭਾਵਨਾ ਹੈ। ਪਹਿਲਾਂ ਸੇਵਕ ਹੀ ਬਣਨਾ ਹੈ। ਸੇਵਕ ਬਣਾਂਗੇ ਅਤੇ ਉਹ ਆਪਣਾ ਸਿੱਖ ਬਣਾ ਲਏਗਾ। ਅਤੇ ਜੇ ਅਸੀਂ ਸੇਵਕ ਹੀ ਨਾ ਬਣ ਪਾਏ ਤਾਂ ਸਿੱਖ ਕਿਸ ਤਰ੍ਹਾਂ ਬਣਾਏਗਾ? ਅਸੀਂ ਤਾਂ ਸਿੱਧਾ ਹੀ ਸਿੱਖ ਬਣਦੇ ਹਾਂ। ਅਸੀਂ ਤਾਂ ਸਿੱਧੇ ਤੌਰ 'ਤੇ ਗੁਰਸਿੱਖ ਅਤੇ ਗੁਰਮੁਖ ਅਤੇ ਖਾਲਸਾ ਬਣਨ ਦੇ ਯਤਨ 'ਚ ਬੈਠੇ ਹਾਂ। ਨਹੀਂ ਭਾਈ, ਪਹਿਲਾਂ ਸੇਵਕ ਬਣੀਏ। ਬੜਾ ਪਿਆਰੇ ਬਚਨ ਹੈ, ਸੇਵਕ ਗੁਰ ਚਰਨਾਂ 'ਚ ਆ ਕੇ ਟਿਕਦੇ ਨੇ। ਸੇਵਕ ਨੂੰ ਹੀ ਫਿਰ ਸੇਵਾ ਮਿਲਦੀ, ਸੇਵਕ ਕਾਓ ਸੇਵਾ ਬਨਿਆਈ। ਫਿਰ ਸਤਿਗੁਰ ਦੇ ਸਿੱਖ ਸੇਵਕ ਬਣਦੇ ਨੇ, ਸੇਵਕ ਹੀ ਅੱਗੇ ਜਾ ਕੇ ਜਨ ਬਣ ਜਾਂਦੇ ਨੇ। ਗੁਰਦੇਵ ਕਿਰਪਾ ਕਰਨ ਅਸੀਂ ਇਸ ਰਾਹ 'ਤੇ ਪਿਆਰ ਨਾਲ ਤੁਰੇ ਜਾਈਏ, ਪਰ ਇਹ ਰਾਹ ਸੁਰਤੀ ਦਾ ਮਾਰਗ ਹੈ, ਸਰੀਰਾਂ ਦਾ ਨਹੀਂ। ਹੌਲੀ ਹੌਲੀ ਤੁਰਦੇ ਮਹਾਰਾਜ ਕਹਿਣਗੇ ਆਪਣੇ ਗੁਰੂ ਦੇ ਪ੍ਰਤੀ ਸਨਮਾਨ ਪਿਆਰ ਦੇ ਨਾਲ ਅਤੇ ਆਪਣੇ ਗੁਰੂ ਦੇ ਸਿੱਖ ਦੇ ਪ੍ਰਤੀ ਕਿਹੋ ਜਿਹੇ ਭਾਵ ਕਹਿਣ ਲੱਗੇ, ਜਿਨ ਸਤਿਗੁਰ ਪਾਇਆ। ਮੈਨੂੰ ਸਤਿਗੁਰ ਦੀ ਜੇ ਪ੍ਰਾਪਤੀ ਨਹੀਂ ਹੋਈ ਕੋਈ ਗੱਲ ਨਹੀਂ, ਉਹ ਗੁਰਸਿੱਖ 'ਤੇ ਮਿਲ ਜਾਣ ਜਿਨ੍ਹਾਂ ਨੇ ਸਤਿਗੁਰ ਨੂੰ ਪਾਇਆ ਹੋਵੇ। ਐਸੇ ਗੁਰਸਿੱਖਾਂ ਦੀ ਸੰਗਤ ਕਰੀਏ। ਇਸੇ ਕਰਕੇ ਇੱਕ ਬਚਨ ਹੈ ਨਾ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਹੇ। ਅਤੇ ਗੁਰਸਿੱਖਾਂ ਦੀ ਪਹਿਚਾਣ ਕਿਹੜੀ ਹੈ? ਜਿਨ੍ਹਾਂ ਨੇ ਸਤਿਗੁਰ ਨੂੰ ਪ੍ਰਾਪਤ ਕੀਤੇ ਹੋਏ ਗੁਰਸਿੱਖ ਹੈ। ਜਿਸ ਨੇ ਸਤਿਗੁਰ ਨੂੰ ਅਜੇ ਦਰਸ਼ਨ ਨਹੀਂ ਕੀਤੇ, ਜਿਹੜਾ ਸਤਿਗੁਰ ਦੇ ਨਿਕਟਵਰਤੀ ਹੀ ਨਹੀਂ ਹੋਇਆ, ਉਹ ਗੁਰਸਿੱਖ ਕਿਵੇਂ ਹੋ ਸਕਦਾ ਹੈ? ਉਹ ਤਾਂ ਭਾਈ ਕੁਛ ਹੋਰ ਹੋਵੇਗਾ। ਉਹ ਹੋਵੇਗਾ ਕੋਈ ਇੱਥੋਂ ਦਾ ਰਾਜਾ ਰਜਵਾੜਾ ਹੋਵੇਗਾ, ਕੋਈ ਚੌਧਰੀ ਸਿੱਖਦਾਰ ਹੋਵੇਗਾ ਆਪਣੀ ਕਿਸੇ ਜਾਤ ਬਰਾਦਰੀ ਦੇ ਮੁਤਾਬਕ, ਪਰ ਗੁਰੂ ਦਾ ਸਿੱਖ ਤੇ ਨਹੀਂ ਨਾ। ਗੁਰੂ ਦਾ ਸਿੱਖ ਤੇ ਉਹੀ ਜਿਸ ਨੇ ਗੁਰੂ ਦੇ ਦਰਸ਼ਨ ਕੀਤੇ, ਗੁਰੂ ਕੀ ਸਿੱਖਿਆ ਲਈ। ਨਹੀਂ ਤੇ ਬਹੁਤ ਸਾਰੇ ਲੋਕ ਹੁੰਦੇ ਨੇ ਜੋ ਆਲੇ ਦੁਆਲੇ ਗੁਰੂ ਕੇ ਘਰ ਦੇ ਫਿਰਦੇ ਨੇ, ਗੁਰਸਿੱਖ ਥੋੜ੍ਹਾ ਹੁੰਦੇ ਨੇ। ਜਿਵੇਂ ਅਸੀਂ ਕਦੇ ਕਦੇ ਵੇਖਦੇ ਹਾਂ, ਵਿਦਿਆਲੇ ਵਿੱਚ ਜਾਣ ਵਾਲਾ ਹਰ ਵਿਅਕਤੀ ਵਿਦਿਆਰਥੀ ਥੋੜ੍ਹਾ ਹੁੰਦਾ ਹੈ, ਨਾ ਤਾਂ ਉਹ ਅਧਿਆਪਕ ਹੁੰਦਾ ਹੈ। ਹਰ ਵਿਅਕਤੀ ਜੋ ਉਮਰ ਕਰਕੇ ਵਡੇਰਾ ਹੈ ਉਹ ਅਧਿਆਪਕ ਥੋੜ੍ਹਾ ਹੁੰਦਾ ਹੈ। ਅਤੇ ਇਸੇ ਕਰਕੇ ਜੋ ਬਾਲਪਨ ਵਿੱਚ ਹੈ ਉਹ ਵਿਦਿਆਰਥੀ ਥੋੜ੍ਹਾ ਹੈ। ਹਰ ਇੱਕ ਵਿਅਕਤੀ ਨਾ ਵਿਦਿਆਰਥੀ ਹੈ ਅਤੇ ਨਾ ਅਧਿਆਪਕ ਹੈ। ਬਹੁਤ ਸਾਰੇ ਲੋਕ ਨੇ ਜੋ ਵਿਦਿਆਲਿਆਂ 'ਚ ਜਾਂਦੇ ਨੇ, ਵਿਦਿਆਰਥੀ ਨਹੀਂ ਗੇ। ਕਹਿ ਸਕਦੇ ਨੇ ਹਾਂ ਸਾਰੀ ਉਮਰ ਭਾਈ ਮੈਂ 20-30 ਸਾਲ ਵਿਦਿਆਲੇ ਗਿਆ। ਹਾਂ, ਵਿਦਿਆਲੇ ਦੇ ਬਾਬਤ ਗੱਲਾਂ ਦੱਸ ਸਕਦੇ ਨੇ। ਹੋ ਸਕਦਾ ਗੁਰੂ ਦੇ ਬਾਬਤ ਵੀ ਦੱਸ ਦਿੰਦੇ ਹੋਣ, ਉੱਥੋਂ ਦੇ ਵਰਤਦੇ ਵਿਦਿਆਰਥੀਆਂ ਦੇ ਬਾਬਤ ਵੀ ਚੰਗੀਆਂ ਮੰਦੀਆਂ ਗੱਲਾਂ ਦੱਸ ਸਕਦੇ ਹੋਣ। ਕੁਝ ਵਿਦਿਆਰਥੀਆਂ ਦੇ ਅਤੇ ਅਧਿਆਪਕਾਂ ਦੇ ਨਾਂ ਵੀ ਦੱਸ ਦਿੰਦੇ ਹੋਣ। ਪਰ ਇਹਨਾਂ ਸਾਰੀ ਜਾਣਕਾਰੀ ਪ੍ਰਾਪਤ ਕਰਨ ਦੇ ਬਾਵਜੂਦ ਵੀ ਉਹ ਨਾ ਵਿਦਿਆਰਥੀ ਹੁੰਦੇ ਨੇ ਅਤੇ ਨਾ ਅਧਿਆਪਕ ਹੁੰਦੇ ਨੇ।
ਬਸ ਵਿਦਿਆਲੇ ਜਾਂਦੇ ਨੇ, ਵਿਦਿਆਲੇ ਤੋਂ ਆ ਜਾਂਦੇ ਨੇ। ਕੋਈ ਭਾਈ ਉੱਥੇ ਪਾਣੀ ਦੇਣ ਗਿਆ ਅਤੇ ਕੋਈ ਕਮਰੇ ਸਾਫ਼ ਕਰਨ ਗਿਆ, ਕੋਈ ਕੁਛ ਕਰਨ ਗਿਆ, ਕੋਈ ਚੌਧਰੀ ਬਣ ਕੇ ਗਿਆ, ਸਰਦਾਰ ਬਣ ਕੇ ਗਿਆ। ਉਹ ਨਾ ਤਾਂ ਵਿਦਿਆਰਥੀ ਬਣ ਕੇ ਗਿਆ ਅਤੇ ਨਾ ਅਧਿਆਪਕ ਬਣ ਕੇ ਗਿਆ। ਕਿਉਂ ਅਧਿਆਪਕ ਉਹੀ ਬਣੇਗਾ ਜੋ ਵਿਦਿਆਰਥੀ ਬਣ ਕੇ ਜਾਏਗਾ। ਇਸੇ ਤਰ੍ਹਾਂ ਜਿਸ ਨੂੰ ਅਸੀਂ ਗੁਰੂ ਘਰ ਕਹਿੰਦੇ ਹਾਂ, ਇੱਥੇ ਵੀ ਤਾਂ ਬਹੁਤ ਲੋਕ ਆਉਂਦੇ ਨੇ। ਇੱਥੇ ਆਉਣ ਵਾਲਾ ਹਰ ਬੰਦਾ ਗੁਰੂ ਸਿੱਖ ਥੋੜ੍ਹਾ ਹੈ। ਐਸੇ ਭੁਲੇਖੇ 'ਚ ਨਾ ਰਹੀਏ ਕਿ ਜੋ ਗੁਰਦੁਆਰੇ ਦੇ ਆਲੇ ਦੁਆਲੇ ਵਿਚਰਦਾ ਹੋਵੇ, ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿੱਚ ਤੁਰਿਆ ਫਿਰਦਾ ਹੋਵੇ, ਹੋ ਸਕਦਾ ਇੱਥੇ ਕੋਈ ਵੱਡੇ ਅਹੁਦੇ 'ਤੇ ਵੀ ਸ਼ਾਮਲ ਹੋਵੇ, ਪਰ ਚੇਤਾ ਰੱਖਣਾ ਜ਼ਰੂਰੀ ਨਹੀਂ ਕਿ ਉਹ ਗੁਰਸਿੱਖ ਹੀ ਹੋਵੇਗਾ, ਉਹ ਕੁਛ ਹੋਰ ਵੀ ਹੋ ਸਕਦਾ ਹੈ। ਇਸੇ ਕਰਕੇ ਗੁਰਸਿੱਖਾਂ ਦੀ ਜੇ ਨਿਸ਼ਾਨੀ ਆ ਨਾ, ਉਹ ਇੱਥੇ ਰਹਿਣਾ ਬਹਿਣਾ ਆਉਣਾ ਜਾਣਾ ਨਹੀਂ ਹੈ। ਇੱਥੇ ਰਹਿਣ ਬਹਿਣ ਵਾਲੇ, ਇੱਥੇ ਆਉਣ ਜਾਣ ਵਾਲੇ ਜਾਣਕਾਰ ਹੋ ਸਕਦੇ ਨੇ, ਗਿਆਨੀ ਹੋ ਸਕਦੇ ਨੇ, ਪਰ ਗੁਰਸਿੱਖ ਨੇ। ਅਤੇ ਗੁਰਸਿੱਖ ਹੁੰਦੇ ਨੇ ਜੋ ਗੁਰੂ ਕੀ ਸਿੱਖਿਆ ਨੂੰ ਲੈਂਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਤੱਕ ਬੜਾ ਪਿਆਰਾ ਬਚਨ ਹੈ, ਗੁਰਸਿੱਖ ਲੈ ਗੁਰਸਿੱਖ ਸਦਾਇਆ। ਪਹਿਲਾਂ ਗੁਰਸਿੱਖਿਆ ਲੈਂਦਾ ਏ ਤਾਂ ਗੁਰਸਿੱਖ ਸਦਾਉਂਦਾ ਏ, ਅਤੇ ਜੇ ਇਹਨੇ ਗੁਰਸਿੱਖਿਆ ਹੀ ਨਹੀਂ ਲਈ ਅਤੇ ਗੁਰਸਿੱਖ ਕਾਹਦਾ? ਫਿਰ ਤਾਂ ਕੋਈ ਹੋਰ ਹੋਵੇਗਾ। ਅੱਜ ਕੱਲ੍ਹ ਗੁਰਸਿੱਖਿਆ ਜਿਹਨੇ ਪ੍ਰਾਪਤ ਕੀਤੀ ਅਤੇ ਗੁਰੂ ਕੀ ਸਿੱਖਿਆ ਕਿਹਤੋਂ ਲੈਣੀ ਹੈ? ਗੁਰੂ ਤੋਂ। ਅਤੇ ਗੁਰੂ ਕੀ ਸਿੱਖਿਆ ਪ੍ਰਾਪਤ ਕਰਨ ਤੋਂ ਪਹਿਲਾਂ ਚੇਤਾ ਰੱਖਣਾ, ਗੁਰੂ ਮਿਲਦਾ ਹੈ। ਪਹਿਲਾਂ ਸਿੱਖਿਆ ਨਹੀਂ ਜੇ ਮਿਲਦੀ, ਪਹਿਲਾਂ ਜਾਣਕਾਰੀ ਮਿਲਦੀ ਹੈ। ਆ ਜਿਸ ਨੂੰ ਅਸੀਂ ਕਦੇ ਕਦੇ ਕਹਿਣ ਲੱਗ ਪਏ ਨੇ, ਗੁਰਮਤਿ ਦਾ ਮੈਨੂੰ ਪਤਾ ਲੱਗ ਗਿਆ, ਮੈਨੂੰ ਸਭ ਕੁਝ ਪਤਾ ਲੱਗਿਆ ਹੈ, ਇਹ ਸਾਨੂੰ ਜਾਣਕਾਰੀ ਮਿਲੀ ਹੈ ਵੀ ਦੇਖੋ ਇੱਦਾਂ ਜਾਈਦਾ, ਇੱਥੇ ਬਹਿਦਾ, ਇੱਦਾਂ ਰਹੀਦਾ। ਅਸੀਂ ਇੱਕ ਦਰਸ਼ਨ ਆਪਣੇ ਅੰਦਰ ਪੜ੍ਹਿਆ ਹੈ। ਜਦੋਂ ਬਾਬਾ ਲਹਿਣਾ ਜੀ ਕਰਤਾਰਪੁਰ ਸਾਹਿਬ ਗਏ ਨੇ ਅਤੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਘੋੜੇ ਦੀ ਵਾਗ ਫੜ ਲਈ, ਅਤੇ ਚੇਤਾ ਰਹਿਣਾ ਕਿ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਜ਼ਾਹਰਾ ਤੌਰ 'ਤੇ ਭਾਈ ਲਹਿਣਾ ਜੀ ਨੂੰ ਗੁਰੂ ਰੂਪ ਹੋ ਕੇ ਮਿਲੇ ਨੇ? ਅਤੇ ਜਵਾਬ ਹੈ ਨਹੀਂ। ਸਿਰਫ ਆਪਣੇ ਗੁਰਸਿੱਖ ਦੀ ਇੱਛਾ ਪੂਰੀ ਕੀਤੀ ਹੈ, ਸਿਰਫ ਉਸ ਬੰਦੇ ਦੀ ਜੋ ਗੁਰਸਿੱਖ ਬਣਨ ਆ ਰਿਹਾ ਹੈ ਉਹਨੂੰ ਰਾਹ ਦੱਸੇ। ਉੱਥੇ ਮਾਰਗਦਰਸ਼ਕ ਨੇ, ਉਹ ਉੱਥੇ ਰਾਹ ਨੁਮਾਇੰਦਗੀ ਕਰ ਰਹੇ ਨੇ ਵੀ ਚੱਲ ਵੀ ਇੱਧਰ ਚੱਲ, ਇੱਥੇ ਚੱਲ, ਉੱਥੇ ਚੱਲ, ਜਾਣਕਾਰੀ ਦੇ ਰਹੇ ਨੇ। ਅਤੇ ਜਾਣਕਾਰੀ ਤਾਂ ਕੋਈ ਵੀ ਦੇ ਸਕਦਾ ਹੈ ਨਾ। ਜਾਣਕਾਰੀ ਤਾਂ ਅਸੀਂ ਇਤਿਹਾਸ ਪੜ੍ਹਦੇ ਹਾਂ ਕਿ ਮੈਂ ਕਰਨਾ ਜਿਨ੍ਹਾਂ ਨੇ ਇਤਿਹਾਸ ਅਤੇ ਗਾਥਾਵਾਂ ਨੂੰ ਪੜ੍ਹਿਆ ਹੈ, ਬਹੁਤ ਸਾਰੇ ਉਹ ਵਿਅਕਤੀ ਜੋ ਆਪ ਉਸ ਮੰਡਲ ਦੀਆਂ ਧਾਰਮਿਕ ਸਿੱਖਿਆਵਾਂ ਨੂੰ ਨਹੀਂ ਮੰਨਦੇ ਹੁੰਦੇ, ਪਰ ਉਹਨਾਂ ਨੇ ਬਹੁਤ ਬਿਹਤਰੀਨ ਟਿੱਪਣੀਆਂ ਕੀਤੀਆਂ ਹੁੰਦੀਆਂ। ਮੈਕਾਲਫ ਦੀਆਂ ਟਿੱਪਣੀਆਂ ਬਹੁਤ ਬਿਹਤਰੀਨ ਨੇ ਨਾ, ਲੋਕ ਪੜ੍ਹਦੇ ਨੇ, ਸੁਣਦੇ ਨੇ। ਇਸੇ ਤਰ੍ਹਾਂ ਬੜੇ ਹੋਰ ਨਾਮ ਅਸੀਂ ਲੈ ਸਕਦੇ ਹਾਂ ਜਿਨ੍ਹਾਂ ਇਤਿਹਾਸ ਦੇ ਬਾਰੇ, ਗੁਰੂ ਸਾਹਿਬਾਨ ਦੇ ਬਾਰੇ ਬੜੀਆਂ ਬੜੀਆਂ ਬਿਹਤਰੀਨ ਟਿੱਪਣੀਆਂ ਕੀਤੀਆਂ ਨੇ, ਪਰ ਕੋਈ ਨਮਾਜ਼ ਪੜ੍ਹਦਾ ਹੈ ਅਤੇ ਕੁਛ ਹੋਰ ਕੁਛ ਕਰਦਾ ਹੈ। ਤਕਰੀਬਨ ਸਾਡਾ ਜੋ ਇਤਿਹਾਸ ਦੇ ਨੁਕਤੇ ਨੇ ਉਹ ਸਾਰੇ ਹੀ ਮੁਗਲ ਬਾਦਸ਼ਾਹਾਂ ਦੇ ਰੋਜ਼ਨਾਮਚਿਆਂ 'ਚੋਂ ਮਿਲਦੇ ਨੇ। ਅਤੇ ਕੋਈ ਗੁਰਸਿੱਖ ਥੋੜ੍ਹਾ ਨੇ ਸਾਰੇ, ਪਰ ਬਹੁਤ ਬਿਹਤਰੀਨ ਟਿੱਪਣੀਆਂ ਲਿਖੀਆਂ ਨੇ ਕਈਆਂ ਨੇ। ਖੈਰ, ਗੁਰਸਿੱਖ ਮਿਲੇ ਉਹਦੇ ਚਰਨ ਪਰਸੀਏ, ਪਰ ਚੇਤਾ ਰੱਖਣਾ ਗੁਰਸਿੱਖ ਉਹ ਜਿਸ ਨੇ ਗੁਰੂ ਦੇ ਦਰਸ਼ਨ ਕੀਤੇ ਹੋਣ। ਜਿਨ ਸਤਿਗੁਰ ਪਾਇਆ, ਪਾਇਆ ਦਾ ਮਤਲਬ ਹੈ ਪ੍ਰਾਪਤ ਕੀਤਾ। ਪ੍ਰਾਪਤ ਕਰਨ ਦਾ ਮਤਲਬ ਹੈ ਜਿਹੜਾ ਗੁਰੂ ਨਾਲ ਭੇਟ ਕਰ ਚੁੱਕਾ ਹੈ। ਅਸੀਂ ਕਹੀਏ ਗੁਰੂ ਪ੍ਰਾਪਤ ਹੋਇਆ, ਅਤੇ ਗੁਰੂ ਕਿਹੜਾ ਵੀ ਵਸਤੂ ਹੈ ਜੋ ਪ੍ਰਾਪਤ ਹੋ ਜਾਏਗਾ? ਉਹ ਕਿਹੜਾ ਪ੍ਰਸ਼ਾਦਾ ਵੀ ਇਸ ਨੂੰ ਪ੍ਰਾਪਤ ਹੋ ਗਿਆ? ਨਹੀਂ। ਗੁਰੂ ਕੀ ਦਰਸ਼ਨ ਪ੍ਰਾਪਤ ਹੋਣ ਦਾ ਮਤਲਬ ਹੈ ਗੁਰੂ ਕੀ ਆਸੀਸ ਮਿਲੀ, ਗੁਰੂ ਕੀ ਸਿੱਖਿਆ ਮਿਲੀ, ਗੁਰੂ ਕਾ ਉਪਦੇਸ਼ ਮਿਲਿਆ। ਅਤੇ ਜੇ ਗੁਰੂ ਕਾ ਉਪਦੇਸ਼, ਗੁਰੂ ਕੀ ਸਿੱਖਿਆ ਨਹੀਂ ਮਿਲੀ ਅਤੇ ਕੇਵਲ ਦੇਖ ਕੇ ਆਇਓ ਅਤੇ ਕੁਝ ਨਹੀਂ ਮਿਲਿਆ। ਵੈਸੇ ਤਾਂ ਬਹੁਤ ਲੋਕ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਕੋਲੋਂ ਦੇਖਿਆ ਹੋਵੇਗਾ। ਚਲੋ ਦੂਰ ਨਾ ਜਾਈਏ, ਜਿਹੜਾ ਬੰਦਾ ਪੰਚਮ ਪਾਤਸ਼ਾਹ ਸਾਹਿਬ ਜੀ ਦੇ ਕੋਲ ਖੜਾ ਹੋਇਆ, ਭੱਠੀ ਵਿੱਚ ਅੱਗ ਬਾਲਦਾ ਸੀ, ਉਹ ਵੀ ਤਾਂ ਗੁਰੂ ਸਾਹਿਬ ਨੂੰ ਦੇਖ ਹੀ ਰਿਹਾ ਸੀ। ਜਿਹੜਾ ਬੰਦਾ ਗੁਰੂ ਸਾਹਿਬ ਦੇ ਆਲੇ ਦੁਆਲੇ 5-7 ਸਿਪਾਹੀ ਖੜੇ ਸਨ, ਉਹ ਵੀ ਤਾਂ ਗੁਰੂ ਸਾਹਿਬ ਨੂੰ ਦੇਖ ਹੀ ਰਹੇ ਸਨ, ਪਰ ਉੱਥੇ ਕੋਈ ਫਰਕ ਨਹੀਂ ਪੈਂਦਾ। ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਹੱਟੀ ਦੇ ਕੰਮ ਕੀਤੇ ਨਹੀਂ, ਬੜਾ ਲੋਕਾਂ ਆ ਕੇ ਦੇਖਿਆ ਹੋਣਾ।
ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਨਾਲ ਜਿਸ ਬੰਦੇ ਨੇ ਖੇਤ ਉਜੜਿਆ ਹਰਿਆ ਦੇ ਦਰਮਿਆਨ ਬਹਿਸ ਕੀਤੀ ਹੈ, ਉਹਨੇ ਵੀ ਤੇ ਨੇੜੇ ਹੋ ਕੇ ਦੇਖਿਆ ਨਾ, ਪਰ ਉਹਨੇ ਕੀ ਖਟਿਆ? ਕੁਝ ਵੀ ਨਹੀਂ। ਰਾਏ ਬੁਲਾਰ ਦੇ ਆਲੇ ਦੁਆਲੇ ਨੌਕਰ ਚਾਕਰ ਖੜੇ ਹੁੰਦੇ ਸੀ, ਉਹਨਾਂ ਵੀ ਤੇ ਬਹੁਤਿਆਂ ਗੁਰੂ ਨਾਨਕ ਸਾਹਿਬ ਦੇ ਬਾਲ ਰੂਪ ਦੇ ਦਰਸ਼ਨ ਕੀਤੇ ਨੇ ਨਾ। ਐਸਾ ਤੇ ਨਹੀਂ ਨਾ ਕਿ ਕੇਵਲ ਤੇ ਕੇਵਲ ਪੰਡਤ ਹਰਦਿਆਲ ਨੇ ਦਰਸ਼ਨ ਕੀਤੇ, ਬਾਕੀ ਤੇ ਪਰਿਵਾਰ ਦੇ ਬਹੁਤ ਜੀ ਹੋਣਗੇ ਜਿਨ੍ਹਾਂ ਬਾਲ ਰੂਪ ਦਰਸ਼ਨ ਕੀਤੇ। ਵਿਦਿਆਲੇ ਦੇ ਵਿੱਚ ਕੇਵਲ ਤੇ ਕੇਵਲ ਗੋਪਾਲ ਪਾਂਧਾ ਇਕੱਲੇ ਥੋੜ੍ਹੇ ਹੋਣਗੇ, ਉਹਨਾਂ ਦੇ ਆਲੇ ਦੁਆਲੇ ਹੋਰ ਵੀ ਬਹੁਤ ਹੋਣਗੇ, ਪਰ ਕਿਸੇ ਦਾ ਨਾਮ ਨਹੀਂ। ਪਤਾ ਕਿਉਂ? ਉਹਨਾਂ ਸਿਰਫ ਦੇਖਿਆ ਹੈ, ਉਹਨਾਂ ਇਹਨਾਂ ਕੋ ਦੇਖਿਆ, ਭਾਈ ਦੇਖੋ ਇਹ ਪਟਵਾਰੀਆਂ ਦਾ ਪੁੱਤਰ ਹੈ, ਇਹ ਅਮੀਰ ਲੋਕ ਨੇ, ਆਉਂਦੇ ਜਾਂਦੇ ਨੇ, ਬਾਬਾ ਚੰਗੇ ਕੱਪੜੇ, ਚੰਗਾ ਬੋਲ ਬਾਣੀ ਵੀ ਚੰਗੇ ਪਰਿਵਾਰ 'ਚੋਂ ਹੈ, ਇਸ ਕਰਕੇ ਬੋਲ ਬਾਣੀ ਵੀ ਚੰਗੀ ਹੈ, ਖਾਣ ਪਾਨ ਚੰਗਾ, ਇਸ ਕਰਕੇ ਰੂਪ ਰੰਗ ਚੰਗਾ। ਬਸ ਉਹਨਾਂ ਇਹਨਾਂ ਕੋ ਦੇਖਿਆ, ਅਤੇ ਜਿਨ੍ਹਾਂ ਇਹਨਾਂ ਕੋ ਦੇਖਿਆ ਅਤੇ ਫਿਰ ਉਹਨਾਂ ਇਹਨਾਂ ਕੀ ਮਿਲਿਆ? ਸਤਿਗੁਰੂ ਪ੍ਰਾਪਤ ਕਰਨ ਦਾ ਮਤਲਬ ਹੈ ਸਤਿਗੁਰੂ ਦੇ ਉਪਦੇਸ਼ ਨੂੰ ਪ੍ਰਾਪਤ ਕਰਨਾ। ਸਤਿਗੁਰੂ ਦੇ ਦਰਸ਼ਨ ਪ੍ਰਾਪਤ ਕਰਨ ਦਾ ਮਤਲਬ ਹੈ ਸਤਿਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰਨਾ। ਇੱਕ ਬਚਨ ਅਸੀਂ ਪੜ੍ਹਦੇ, ਸਤਿਗੁਰੂ ਕੋ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿਠਾ ਮੁਕਤ ਨਾ ਹੋਵਈ, ਤੇ ਅੱਗੇ ਕੀ? ਜਿਚਰ ਸ਼ਬਦ ਨਾ ਕਰੇ ਵਿਚਾਰ। ਜਦ ਤੱਕ ਸ਼ਬਦ ਵਿਚਾਰ ਗੁਰੂ ਦੇ ਨਾਲ ਨਹੀਂ ਸਾਂਝੀ ਹੁੰਦੀ, ਅਤੇ ਸ਼ਬਦ ਵਿਚਾਰ ਦੇ ਵਿੱਚ ਇੱਕ ਭੇਤ ਜੇ, ਅਸੀਂ ਆਖਰੀ ਅਰਥ ਕਰਨ ਨੂੰ ਸ਼ਬਦ ਵਿਚਾਰ ਕਹਿੰਦੇ ਹਾਂ। ਕਦੇ ਵੇਖਿਆ ਜੇ ਇਕੱਲਾ ਬੰਦਾ ਕਿਤੇ ਬੈਠਾ ਹੋਇਆ ਕਿਸੇ ਨਾਲ ਵਿਚਾਰ ਕਰ ਸਕਦਾ ਹੈ? ਆਪਾਂ ਇੱਥੇ ਬਾਹਰ ਕਿਸੇ ਬੈਂਚ 'ਤੇ ਇਕੱਲੇ ਬਹਿ ਜਾਈਏ ਅਤੇ ਪੁੱਛੀਏ ਕੀ ਹੈ, ਕਹਿਣ ਲੱਗੇ ਜੀ ਮੈਂ ਜੀ ਸੰਗਤ ਨਾਲ, ਸਿੱਖ ਨਾਲ, ਫਲਾਣੇ ਬੰਦੇ ਨਾਲ ਵਿਚਾਰ ਕਰਨਾ ਹੈ, ਅਤੇ ਕੀ ਕਰੋਗੇ? ਬੰਦੇ ਦੀ ਮੌਜੂਦਗੀ ਚਾਹੀਦੀ ਨਾ। ਜਿਸ ਦੇ ਨਾਲ ਤੁਸਾਂ ਨੇ ਵਿਚਾਰ ਕਰਨਾ ਹੈ ਉਸ ਦੀ ਮੌਜੂਦਗੀ ਚਾਹੀਦੀ ਹੈ, ਅਤੇ ਤੁਹਾਡੀ ਵੀ ਮੌਜੂਦਗੀ ਚਾਹੀਦੀ ਹੈ, ਅਤੇ ਦੋਵੇਂ ਆਪਸ 'ਚ ਗੱਲਾਂ ਬਾਤਾਂ ਕਰੋਗੇ, ਕੁਝ ਪੁੱਛੋਗੇ, ਕੁਝ ਦੱਸੋਗੇ। ਯਾਦ ਰੱਖਣਾ, ਗੁਰੂ ਬਾਣੀ ਨੂੰ ਪੜ੍ਹ ਕੇ ਕੇਵਲ ਅਰਥ ਕਰ ਲੈਣਾ ਅਤੇ ਅਰਥ ਪੜ੍ਹ ਲੈਣਾ ਵਿਚਾਰ ਨਹੀਂ ਹੁੰਦਾ। ਵਿਚਾਰ ਦਾ ਮਤਲਬ ਹੁੰਦਾ ਅਸੀਂ ਗੁਰੂ ਸਾਹਿਬ ਦੇ ਨਾਲ ਸੰਵਾਦ ਕਰੀਏ, ਪੁੱਛੀਏ ਮਹਾਰਾਜ ਕਿੱਦਾਂ ਹੋਏਗਾ, ਮਹਾਰਾਜ ਅਧਿਕ ਤੁਕ 'ਤੇ ਸਮਝ ਆ ਗਈ, ਬਾਕੀ ਕੀ ਹੋਏਗਾ? ਹੌਲੀ ਹੌਲੀ ਸ਼ਾਇਦ ਇਹ ਜੁਗਤ ਸਮਝ ਆ ਜਾਏ, ਭਾਵੇਂ ਉੱਥੇ ਇਕੱਲੇ ਹੋਏ ਅਤੇ ਭਾਵੇਂ 10 20 50 ਹੋਈਏ, ਬਾਣੀ ਨੂੰ ਵਿਚਾਰ ਕਰਕੇ। ਬਾਣੀ ਬਿਰਲੋ ਵਿਚਾਰ ਸੀ, ਅਸੀਂ ਉਹਦਾ ਤੇ ਤਰਕ ਟੀਪਾ ਟਿੱਪਣੀ ਕਰਨਾ ਪੈਂਦਾ, ਇੱਥੇ ਤੇ ਹਰ ਕੋਈ ਅਰਥ ਕਰ ਸਕਦਾ, ਹਰ ਕੋਈ ਵਿਚਾਰ ਕਰਦਾ। ਭਾਈ ਜੇ ਹਰ ਕੋਈ ਵਿਚਾਰ ਕਰ ਰਿਹਾ ਹੁੰਦਾ ਤਾਂ ਸਾਡੇ ਸੰਸਾਰ ਦਾ ਭਲਾ ਨਾ ਹੋ ਰਿਹਾ ਹੁੰਦਾ। ਅਸੀਂ ਤਾਂ ਬਹੁਤ ਸਾਰੇ, ਗੁਸਤਾਖੀ ਦੀ ਮਾਫੀ, ਨਿਤਨੇਮੀ ਵਿਅਕਤੀ ਵੀ ਦੁਨੀਆ ਭਰ ਦੀਆਂ ਮਾੜੀਆਂ ਕਰਤੂਤਾਂ ਕਰਦੇ ਆ, ਵਿਚਾਰ ਥੋੜ੍ਹਾ ਪ੍ਰਾਪਤ ਉਹਨਾਂ ਨੂੰ ਹੋਇਆ। ਬਹੁਤ ਸਾਰੇ ਉਹ ਨੇ ਜੋ ਢੋਲ ਢਮੱਕਾ ਬਹੁਤ ਕਰਦੇ ਨੇ, ਪਰ ਦੁਨੀਆ ਦਾ ਕ੍ਰੋਧ, ਹੰਕਾਰ, ਈਰਖਾ ਸਿਰ ਚੜ੍ਹਿਆ ਹੋਇਆ ਹੁੰਦਾ। ਪਤਾ ਕਿਉਂ? ਵਿਚਾਰ ਹੀ ਮਾਰਦਾ ਹੈ ਮਨ ਨੂੰ। ਵਿਚਾਰ ਮਾਰੇ ਤਰੈ ਤਾਰੇ, ਤੇ ਵਿਚਾਰ ਦਾ ਮਤਲਬ ਘੱਟੋ ਘੱਟ 2-4 ਹੀ ਹੈ। ਸੰਗਤ ਦਾ ਦਰਸ਼ਨ ਵੀ ਘੱਟੋ ਘੱਟ 2 ਦਾ ਹੈ। ਇੱਕ ਸਿੱਖ ਹੈ, 2 ਸਾਧ ਸੰਗ, 2 ਚਾਹੀਦੇ ਨੇ। ਅਤੇ ਅਸੀਂ ਜਦ ਬੈਠੀਏ ਤਾਂ ਦੂਜਾ ਕੌਣ ਹੋਏ? ਹੋ ਸਕਦਾ ਦੂਜਾ ਭੈਣ ਭਰਾ, ਧੀ ਪੁੱਤਰ, ਪਤੀ ਪਤਨੀ ਕੋਈ ਹੋਵੇ, ਅਤੇ ਜੇ ਇਹਨਾਂ 'ਚੋਂ ਕੋਈ ਨਾ ਹੋਵੇ ਤਾਂ ਫਿਰ ਕੌਣ ਹੋਵੇ? ਫਿਰ ਆਪਣੇ ਗੁਰੂ ਨਾਲ ਸਾਂਝ ਪਾ, ਮਹਾਰਾਜ ਤੁਸੀਂ ਆਓ, ਕਿਉਂਕਿ ਜੈ ਸਤਿਗੁਰ ਤੈਂ ਸਤ ਸੰਗਤ ਬਣਾਈ। ਜਿੱਥੇ ਸਤਿਗੁਰੂ ਹੋ ਗਏ ਉੱਥੇ ਸੰਗਤ ਹੋ ਜਾਏਗੀ, ਅਤੇ ਫਿਰ ਤੁਸੀਂ ਗੁਰੂ ਨਾਲ ਸੰਗਤ ਕਿਉਂ ਨਹੀਂ ਕਰਦੇ? ਪੜ੍ਹਦੇ ਹੋ ਬਾਣੀ ਅਤੇ ਕਿਉਂ ਨਹੀਂ ਪੜ੍ਹਦੇ? ਮਹਾਰਾਜ ਸਾਨੂੰ ਸਮਝਾਓ ਨਾ। ਅਤੇ ਮਹਾਰਾਜ ਫਿਰ ਦੱਸਣਗੇ, ਜਿਨ ਸਤਿਗੁਰ ਪਾਇਆ, ਜਿਨ੍ਹਾਂ ਨੇ ਸਤਿਗੁਰ ਨੂੰ ਪ੍ਰਾਪਤ ਕੀਤਾ ਹੈ, ਮਹਾਰਾਜ ਕੀ ਕਰੀਏ? ਉਹਨਾਂ ਦੇ ਨਾਲ ਕੀ ਕਰੀਏ? ਕਿੱਦਾਂ ਗੱਲਬਾਤ ਕਰੀਏ? ਕਹਿਣ ਲੱਗੇ ਉਹਨਾਂ ਨਾਲ ਬਹੁਤੀ ਗੱਲਬਾਤ ਦੀ ਬਜਾਏ ਪਹਿਲਾਂ ਕੰਮ ਹੋਰ ਕਰ। ਕੀ ਕਰੀਏ? ਕਹਿਣ ਲੱਗੇ ਸਮਝ, ਤਿੰਨ ਹਰ ਪ੍ਰਭ ਮੇਲ ਮਿਲਾਏ ਰਾਮ। ਜੇ ਉਹਨਾਂ ਦੇ ਮੇਲ ਵਿੱਚ ਮਿਲ ਜਾਏ ਅਤੇ ਪ੍ਰਭੂ ਨਾਲ ਮਿਲਾਪ ਹੋ ਜਾਏਗਾ। ਕਿਉਂਕਿ ਪ੍ਰਭੂ ਵਾਹਿਗੁਰੂ ਜੀ ਜਿਸ ਨੂੰ ਵੀ ਆਪਣੇ 'ਚ ਮਿਲਾਉਣਾ ਹੁੰਦਾ ਨਾ, ਉਹ ਪਹਿਲਾਂ ਸੰਗਤ ਵਿੱਚ ਮਿਲਾਉਂਦੇ ਨੇ, ਪਹਿਲਾਂ ਗੁਰਮੁਖਾਂ ਦੇ ਵਿੱਚ ਮਿਲਾਉਂਦੇ ਨੇ, ਪਹਿਲਾਂ ਪਿਆਰਿਆਂ ਦੇ ਵਿੱਚ ਮਿਲਾਉਂਦੇ ਨੇ। ਗੁਰੂ ਮਹਾਰਾਜ ਦੇ ਇਸ ਨਿਯਮ ਨੂੰ ਸਮਝ ਲਓ ਕਿ ਸਿੱਧੇ ਆ ਕੇ ਕੋਈ ਨਹੀਂ ਜੀ ਮਿਲ ਸਕਦਾ। ਮਿਲਾਪ ਹਾਸਲ ਹੋਣ ਤੋਂ ਪਹਿਲਾਂ ਉਹ ਆਪਣੇ ਗੁਰਮੁਖ ਸੰਗਤ ਵਿੱਚ ਮਿਲਾਉਂਦੇ ਨੇ।
ਤੇ ਜਿਹੜੇ ਜੀ ਗੁਰਮੁਖ ਸੰਗਤ ਦੇ ਵਿੱਚ ਮਿਲ ਜਾਂਦੇ ਨੇ ਉਹੀ ਜੀ ਅੱਗੇ ਜਾ ਕੇ ਪ੍ਰਮਾਤਮਾ ਨਾਲ ਮਿਲਣਗੇ। ਜਿਹੜੇ ਗੁਰਮੁਖ ਸੰਗਤ ਵਿੱਚ ਨਹੀਂ ਮਿਲਣਗੇ ਉਹ ਪ੍ਰਮਾਤਮਾ ਨਾਲ ਵੀ ਨਹੀਂ ਮਿਲਣਗੇ। ਜਿਵੇਂ ਇੱਕ ਨਿਯਮ ਹੈ, ਇੱਥੋਂ ਦੀ ਸਾਡੇ ਕੋਈ ਨਦੀ, ਕੋਈ ਧਾਰਾ, ਕੋਈ ਬੂੰਦ ਸਾਗਰ ਤੱਕ ਪਹੁੰਚਣਾ ਚਾਹੁੰਦੀ ਤੇ ਕੀ ਕਰਨਾ ਪੈਣਾ? ਉਸ ਨੂੰ ਕਿਸੇ ਨਦੀ ਵਿੱਚ, ਕਿਸੇ ਸਾਗਰ 'ਚ, ਕਿਸੇ ਦਰਿਆ 'ਚ ਮਿਲਣਾ ਪੈਣਾ। ਆ ਨਿੱਕਾ ਜਿਹਾ ਥੋੜ੍ਹਾ ਜਿਹਾ ਪਾਣੀ ਸਾਡੇ ਗਿਲਾਸ ਵਿੱਚ ਹੋਵੇ, ਜੋ 10, 20, 50, 100, 1000 ਬੂੰਦਾਂ ਹੋਣਗੀਆਂ, ਇਹ ਸਾਗਰ ਤੱਕ ਪਹੁੰਚਣ ਵਾਸਤੇ ਕੁਝ ਜੁਗਤ ਹੈ। ਇਹ ਕਿਸੇ ਧਾਰਾ 'ਚ ਮਿਲੇ, ਧਾਰਾ ਦੇ ਰਾਹੀਂ ਰੋੜ ਚਲਦਾ ਚਲਦਾ ਕਿਸੇ ਨਦੀ 'ਚ, ਨਦੀ ਦੇ ਦੁਆਰਾ ਕਿਸੇ ਵੱਡੇ ਦਰਿਆਓ ਦੇ ਵਿੱਚ, ਤੇ ਦਰਿਆਓ ਦੇ ਸਦਕੇ ਸਾਗਰ ਤੱਕ। ਮਾਰਗ ਤੇ ਸਾਗਰ ਤੱਕ ਦਾ ਹੈ, ਪਰ ਸਿੱਧਾ ਨਹੀਂ ਜੇ। ਮਾਰਗ ਜੋ ਸਾਗਰ ਤੱਕ ਦਾ ਹੈ, ਵਾਇਆ ਦਰਿਆਓ ਹੋ ਕੇ ਹੈ। ਇਵੇਂ ਹੀ ਪ੍ਰਮਾਤਮਾ ਤੱਕ ਮਾਰਗ ਤੇ ਹੈ, ਪਰ ਪ੍ਰਮਾਤਮਾ ਤੱਕ ਦਾ ਜੋ ਮਾਰਗ ਹੈ ਪ੍ਰਮਾਤਮਾ ਦੇ ਪਿਆਰਿਆਂ ਦੇ ਵਿੱਚ ਦੀ ਹੋ ਕੇ ਜਾਂਦਾ ਹੈ। ਇਸ ਕਰਕੇ ਇਹ ਪਹਿਚਾਨ ਕਰ, ਜਿਨ੍ਹਾਂ ਨੇ ਸਤਿਗੁਰੂ ਨੂੰ ਪ੍ਰਾਪਤ ਕੀਤਾ ਹੈ, ਜਿਨ੍ਹਾਂ ਨੇ ਸਤਿਗੁਰੂ ਦੇ ਦਰਸ਼ਨ ਕੀਤੇ ਨੇ, ਤਿਨਾਂ ਹਰ ਪ੍ਰਭ ਮੇਲ ਮਿਲਾਏ। ਤਿਨਾਂ ਨੂੰ ਹੀ ਪ੍ਰਭੂ ਜੀ ਮਿਲਦੇ ਨੇ। ਪਹਿਲਾਂ ਮੇਲ ਮਿਲਾਏ, ਪਹਿਲਾਂ ਮਿਲਦੇ ਨੇ ਉਹਨਾਂ ਦੇ ਵਿੱਚ, ਫਿਰ ਆਪਣੇ 'ਚ ਮਿਲਾਉਂਦੇ ਨੇ। ਜਿਵੇਂ ਪਹਿਲਾਂ ਦਰਿਆਓ 'ਚ ਮਿਲੇ, ਫਿਰ ਸਾਗਰ 'ਚ ਮਿਲੇ। ਪਹਿਲਾਂ ਸੰਗਤ ਵਿੱਚ ਆ, ਸੰਗਤ ਵਿੱਚ ਮਿਲ। ਅਤੇ ਜਦੋਂ ਕੋਈ ਜੀ ਸੰਗਤ ਵਿੱਚ ਮਿਲ ਬੈਠਦਾ ਏ, ਸਾਨੂੰ ਇੱਕ ਹੁਕਮ ਨਾ ਹੋਏ, ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਇਹ ਗੁਰਮੁਖ ਬਣ ਕੇ ਸਫਾ ਵਿਛਾ ਕੇ ਬਹਿ ਜਾਓ, ਹਰ ਨਾਮੈ ਕੇ ਜੋੜੀ ਹੋ ਜਾਓ। ਅਤੇ ਫਿਰ ਜਦੋਂ ਇੱਥੇ ਮਿਲ ਗਏ ਤੇ ਪ੍ਰਭੂ ਨਾਲ ਮਿਲ ਪਾਵਾਂਗੇ। ਅਤੇ ਸੱਚ ਜਾਣਨਾ, ਜੇ ਇੱਥੇ ਨਾ ਮਿਲ ਪਾਏ ਤੇ ਪ੍ਰਭੂ 'ਚ ਕਿੱਦਾਂ ਮਿਲ ਪਾਓਗੇ? ਜਿਨ੍ਹਾਂ ਦਾ ਹੰਕਾਰ ਇੱਥੇ ਨਹੀਂ ਟੁੱਟਾ, ਜੇ ਇਹਨਾਂ 'ਚ ਨਹੀਂ ਮਿਲ ਪਾਏ, ਜਦ ਕਿ ਸਾਡੇ ਵਰਗੇ ਹੀ ਨੇ। ਅਸੀਂ ਤੁਸੀਂ ਇੱਕ ਦੂਜੇ ਵਰਗੇ ਤੇ ਕਿ ਥੋੜ੍ਹਾ ਬਹੁਤਾ ਉਮਰਾਂ ਦਾ ਫਰਕ ਹੋਵੇਗਾ, ਧਨਤਾ ਦਾ ਧਨ ਕਿਸੇ ਕੋਲ ਜ਼ਿਆਦਾ, ਕਿਸੇ ਦਾ ਘਰ ਵੱਡਾ ਅਤੇ ਕਿਸੇ ਦਾ ਛੋਟਾ, ਇਹ ਹੋਏਗਾ। ਜੇ ਸਾਡਾ ਇੱਥੇ ਨਹੀਂ ਅਜੇ ਮੇਲ ਹੋਇਆ ਤਾਂ ਉੱਥੇ, ਜਿਸ ਕਾ ਤੇ ਮਹਿਲ ਹੀ ਬੜਾ ਵੱਡਾ ਹੈ, ਉੱਥੇ ਕਿੱਦਾਂ ਮਿਲੋਗੇ? ਕਹਿਣ ਲੱਗੇ ਜੁਗਤ ਇੱਕ ਹੀ ਹੈ, ਤਿੰਨ ਹਰ ਪ੍ਰਭ ਮੇਲ ਮਿਲਾਏ। ਜਿਨ੍ਹਾਂ ਨੇ ਸਤਿਗੁਰੂ ਨੂੰ ਪ੍ਰਾਪਤ ਕੀਤਾ ਉਹਨਾਂ ਨੂੰ ਸਤਿਗੁਰੂ ਦੇ ਦੁਆਰਾ ਮੇਲ ਮਿਲਾਉਂਦੇ ਨੇ। ਫਿਰ ਤੁਸੀਂ ਕੀ ਕਰੀਏ ਹੁਣ? ਅਸੀਂ ਹੁਣ ਕੀ ਕਰਨਾ ਹੈ? ਇੱਕ ਤਾਂ ਪਹਿਚਾਨ ਪਹਿਲੀ, ਪਰ ਉਹ ਫਿਲਾਸਫਿਕਲ ਗੱਲ ਹੈ ਕਿ ਜਿਹੜੇ ਸਤਿਗੁਰੂ ਨੂੰ ਮਿਲੇ ਨੇ, ਕਰਤਾ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਉਹਨਾਂ ਨੂੰ ਹੀ ਸਤਿਗੁਰੂ ਨਾਲ ਮਿਲਾ ਕੇ, ਸੰਗਤ ਮਿਲਾ ਕੇ ਆਪਣੇ ਨਾਲ ਮਿਲਾ ਲਿਆ। ਮਹਾਰਾਜ ਫਿਰ ਮੈਂ ਕੀ ਕਰਾਂ? ਅਸੀਂ ਕੀ ਕਰੀਏ ਹੁਣ? ਕਹਿਣ ਲੱਗੇ ਫਿਰ ਅਸੀਂ ਕੰਮ ਕਰੀਏ। ਤਿੰਨ ਚਰਨ ਸਰੇ ਵੇ ਹਮ। ਫਿਰ ਅਸੀਂ ਉਹਨਾਂ ਦੇ ਚਰਨਾਂ ਦੀ ਸੇਵਾ ਕਰੀਏ। ਜਿਹੜੇ ਸਤਿਗੁਰੂ ਨਾਲ ਮਿਲੇ ਹੋਏ ਨੇ, ਅਸੀਂ ਉਹਨਾਂ ਦੇ ਚਰਨਾਂ ਦੀ ਸੇਵਾ ਕਰੀਏ। ਕਿਉਂਕਿ ਸਾਡੇ 'ਚ ਇੰਨੀ ਤਾਪ ਥੋੜ੍ਹਾ ਹੈ ਕਿ ਅਸੀਂ ਸਿੱਧੇ ਜਾ ਕੇ ਸਤਿਗੁਰੂ ਦਾ ਪੱਲਾ ਪਕੜ ਲਾਂਗੇ। ਸਾਡੇ ਵਿੱਚ ਇੰਨੀ ਤਾਕਤ ਕਿੱਥੇ ਕਿ ਜਾ ਕੇ ਸਿੱਧੇ ਸਤਿਗੁਰੂ ਨੂੰ ਕੁਝ ਕਹਿ ਦਈਏ। ਇਹ ਸਿਸਟਮ ਹੀ ਇੱਦਾਂ ਕਰਦਾ। ਅੱਜ ਵੀ ਸਿਸਟਮ ਇਹੀ ਮੰਨਦਾ ਹੈ। ਤੁਸੀਂ ਕਿਸੇ ਵੱਡੇ ਅਫਸਰ ਤੱਕ ਜਾਣਾ ਹੈ, ਪਹਿਲਾਂ ਬਾਹਰ ਇੱਕ ਦਰਵਾਜ਼ੇ 'ਤੇ ਖੜ੍ਹਾ ਹੁੰਦਾ ਹੈ, ਉਹ ਪੁੱਛ ਪੜਤਾਲ ਕਰਦਾ ਹੈ। ਫਿਰ ਅਗਲੇ ਦਰਵਾਜ਼ੇ 'ਚ ਕੋਈ ਹੋਰ ਪੀਐਨ ਬੈਠਾ ਹੁੰਦਾ ਹੈ, ਫਿਰ ਉਹ ਪੁੱਛ ਪੜਤਾਲ ਕਰਦਾ ਹੈ। ਪੀਐਨ ਤੋਂ ਅੱਗੇ ਜਾ ਕੇ ਦੇਖਿਆ ਕਿ ਉਹਦਾ ਹੋਰ ਸਹਾਇਕ ਬੈਠਾ ਹੋਇਆ ਹੈ, ਉਹ ਪੁੱਛ ਪੜਤਾਲ ਕਰਦਾ ਹੈ। ਤਦ ਕਿਤੇ ਜਾ ਕੇ ਤੀਜੇ ਚੌਥੇ ਨੰਬਰ 'ਤੇ ਜਾ ਕੇ ਕਿਤੇ ਵੱਡੇ ਅਫਸਰ ਮੰਤਰੀ ਨਾਲ ਮੁਲਾਕਾਤ ਹੁੰਦੀ ਹੈ। ਅਤੇ ਜੇ ਕੋਈ ਮੇਰੇ ਵਰਗਾ ਜਾ ਕੇ ਸੜਕ 'ਤੇ ਖਲੋ ਕੇ ਕਹੇ ਜੀ ਮੈਂ ਮਿਲਣਾ ਹੈ, ਇੱਦਾਂ ਨਹੀਂ ਮਿਲਾਪ ਹੁੰਦਾ। ਸਿਸਟਮ ਦੇ ਨਾਲ ਮਿਲੀਦਾ। ਕਿਤੇ ਵੀ ਜਾਣਾ ਹੋਵੇ ਸਿਸਟਮ ਕੰਮ ਕਰਦਾ ਹੈ। ਉਸੇ ਨੂੰ ਗੁਰਮਤਿ ਵਿੱਚ ਗੁਰੂ ਨਾਨਕ ਪਾਤਸ਼ਾਹ ਹੁਕਮ ਕਹੀਦੇ ਨੇ। ਕਿਤੇ ਵੀ ਜਾਣਾ ਹੈ ਉਹ ਹੁਕਮ ਦੇ ਅੰਦਰ ਚੱਲ, ਕਿਉਂਕਿ ਸਾਰੀ ਕਾਇਨਾਤ ਹੁਕਮ ਦੇ ਵਿੱਚ ਚੱਲਦੀ ਹੈ। ਹੁਕਮ ਮੰਨੀਏ ਹੋਵੇ ਪ੍ਰਵਾਨ। ਅਤੇ ਅਸੀਂ ਸੋਚਦੇ ਹਾਂ ਕਿ ਮੇਰੇ ਵਾਸਤੇ ਕੋਈ ਵਿਸ਼ੇਸ਼ ਆਰਡਰ ਆਏਗਾ, ਕੋਈ ਡਾਕ ਆਏਗੀ ਮੈਨੂੰ, ਤਾਂ ਮੈਂ ਉਹ ਆਰਡਰ ਮੰਨਾਂਗਾ। ਨਹੀਂ ਭਾਈ, ਹਰ ਵਕਤ ਆਰਡਰ ਹੋ ਚੁੱਕੇ ਨੇ, ਹੁਕਮ ਵਰਤ ਚੁੱਕਾ ਹੈ। ਅਸਾਂ ਉਸ ਵਰਤੇ ਹੋਏ ਹੁਕਮ ਨੂੰ ਸਮਝਣਾ ਹੈ। ਇਸੇ ਕਰਕੇ ਕਿਹਾ ਨਾ, ਹੁਕਮ ਸਮਝਿਆ ਜਾਂਦਾ ਹੈ। ਨਾਨਕ ਹੁਕਮ ਹੈ ਜੇ ਬੁੱਝੈ। ਹੁਕਮ ਬੁੱਝਿਆ ਜਾਂਦਾ ਹੈ, ਹੁਕਮ ਸਮਝਿਆ ਜਾਂਦਾ ਹੈ। ਅਤੇ ਜਿਹੜਾ ਹੁਕਮ ਨੂੰ ਸਮਝ ਲੈਂਦਾ, ਬੁੱਝ ਲੈਂਦਾ, ਫਿਰ ਉਹ ਹਉਮੈ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇੱਥੇ ਜੋ ਕੁਝ ਵਰਤ ਰਿਹਾ ਹੁਕਮ ਦੇ ਅੰਦਰ ਹੈ। ਉਸ ਨੂੰ ਪਤਾ ਲੱਗ ਜਾਂਦਾ ਹੁਕਮ ਹੈ ਅੰਦਰ ਸਭ ਕੋ, ਉਹ ਹੁਕਮ ਦੇ ਵਿੱਚ ਹੈ।
ਤੇ ਹੁਕਮ ਸਾਨੂੰ ਇਹ ਹੈ, ਸਿਸਟਮ ਦੇ ਵਿੱਚ ਆ ਹੁਕਮ ਇਹ ਹੈ, ਅਸੀਂ ਪਹਿਲਾਂ ਗੁਰਮੁਖਾਂ ਦੀ ਸੇਵਾ ਕਰੀਏ। ਔਰ ਦਰਬਾਰ 'ਚ ਜਿਤਨੇ ਅੱਜ ਤੱਕ ਵਡੇਰੇ ਗੁਰਮੁਖ ਭਗਤ ਜਨ ਕਿਸੇ ਵੀ ਨਾਂ ਦੇ ਨਾਲ ਜਾਣ ਲਈਏ, ਜੇ ਗੁਰੂ ਮਹਾਰਾਜ ਦੀ ਬਖਸ਼ਿਸ਼ਾਂ ਦੇ ਪਾਤਰ ਬਣੇ ਨੇ ਤੇ ਪਹਿਲਾਂ ਸੰਗਤਾਂ ਦੀ ਸੇਵਾ ਕਰਕੇ, ਭਾਵੇਂ ਅਸੀਂ ਭਾਈ ਬਹਿਲੋ ਨੂੰ ਕਹਿੰਦੇ ਹਾਂ ਜਿਹਨੂੰ ਮਾਣ ਮਿਲਿਆ ਸਭ ਤੋਂ ਪਹਿਲੋਂ ਦਾ, ਭਾਵੇਂ ਭਾਈ ਮੰਝ ਨੂੰ ਕਹਿੰਦੇ ਹਾਂ ਜਿਸ ਨੂੰ ਗੁਰੂ ਕਾ ਬੋਹਿਥਾ ਹੋਣ ਦਾ ਮੰਝ ਮਿਲਿਆ, ਮਾਣ ਮਿਲਿਆ, ਪਰ ਸਾਰਿਆਂ ਨੇ ਇਸੇ ਗੁਰੂ ਸੰਗਤ ਦੀ ਸੇਵਾ ਕੀਤੀ। ਇਹ ਠੀਕ ਹੈ ਕਿ ਉਦੋਂ ਦੇ ਸੰਦਰਭ ਕਿਹੋ ਜਿਹੇ ਸਨ, ਉਹ ਉਦੋਂ ਦੇ ਸੰਦਰਭ ਦੇ ਮੁਤਾਬਕ ਸੇਵਾ ਕਰਦੇ ਨੇ। ਅੱਜ ਦੇ ਸੰਦਰਭ ਬਦਲੇ ਨੇ। ਅੱਜ ਭਾਈ ਮੰਝ ਵਾਂਗ ਜੰਗਲ 'ਚੋਂ ਬਾਲਣ ਦੀ ਪੰਡ ਬੰਨ੍ਹ ਕੇ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਰਹੇਗੀ, ਅਤੇ ਨਤੀਜਨ ਅੱਜ ਕੋਈ ਖੂਚ ਵੀ ਨਹੀਂ ਡਿੱਗੇਗਾ। ਅਤੇ ਕੋਈ ਜਾਣ ਕੇ ਉੱਥੇ ਖੂਚ ਡਿੱਗ ਪਵੇ, ਕਹੇ ਜੀ ਮੈਨੂੰ ਗੁਰੂ ਆ ਕੇ ਬਚਾਵੇ, ਅਤੇ ਗੁਰੂ ਨੇ ਕਿਹਾ ਥੋੜ੍ਹਾ ਖੂਚ ਡਿੱਗ, ਉਹ ਤਾਂ ਅਚਨ ਚੇਤ ਪੰਡ ਲੈ ਕੇ ਆ ਰਿਹਾ ਸੀ, ਡਿੱਗ ਪਏ ਅਤੇ ਮਹਾਰਾਜ ਉੱਥੇ ਪਹੁੰਚਦੇ ਨੇ। ਸੰਦਰਭ ਬਦਲਦੇ ਨੇ ਅਤੇ ਬਦਲਵੇਂ ਸੰਦਰਭਾਂ ਦੇ ਮੁਤਾਬਕ ਹੀ ਸਾਰਾ ਸਿਲਸਿਲਾ ਬਦਲ ਜਾਂਦਾ ਹੈ। ਪਰ ਚੇਤਾ ਰੱਖਣਾ, ਨਾ ਗੁਰੂ ਬਦਲੇ ਜੇ ਨਾ ਸੰਗਤ ਬਦਲੀ ਜੇ। ਬਾਹਰਲੇ ਸੰਦਰਭ ਬਦਲੇ ਨੇ ਅਤੇ ਗੁਰੂ ਕਾ ਪ੍ਰਸੰਗ ਉੱਥੇ ਹੀ ਖੜ੍ਹਾ ਹੈ। ਸੇਵਾ ਕਰੋਗੇ ਤਾਂ ਹੀ ਅੱਗੇ ਮਿਲੇਗੀ। ਅੱਜ ਕਹਿਣ ਲੱਗੇ ਤਿੰਨ ਚਰਨ ਸਰੇ ਵਹਿ ਹਮ, ਲਾਗੇ ਤਿਨ ਕੈ ਪਾਏ ਰਾਮ। ਅਸੀਂ ਉਹਨਾਂ ਦੇ ਚਰਨਾਂ ਦੀ ਸੇਵਾ ਕਰੀਏ ਤਾਂ ਸ਼ਬਦਨ ਸਰੇ ਵਹਿ ਦਾ ਦਰਸ਼ਨ ਵਿਚਾਰ ਕਰਦੇ ਸਾਡੇ ਦਾਰਸ਼ਨਿਕ ਲੋਕ ਇੰਝ ਮੰਨਦੇ ਨੇ। ਉਂਝ ਸ਼ਬਦ ਸੇਵਾ ਹੁੰਦਾ ਹੈ। ਆਮ ਤੌਰ 'ਤੇ ਪੰਜਾਬੀ 'ਚ ਅਸੀਂ ਗੱਲਬਾਤ ਕਰਾਂਗੇ ਅਤੇ ਸ਼ਬਦ ਹੈ ਸੇਵਾ, ਅਤੇ ਸੇਵਾ ਤੋਂ ਭਾਵ ਸੇਵਾ ਹੈ ਵੀ ਹਮ ਸੇਵਾ ਹੈ, ਪਰ ਮਹਾਰਾਜ ਤੇ ਕਿਤੇ ਨੇ ਹਮ ਸਰੇ ਵਹਿ। ਸਰੇ ਵਹਿ ਦਾ ਭਾਵ ਸਿਆਣੇ ਲੈਂਦੇ ਨੇ ਸਿਮਰਨ ਅਤੇ ਸੇਵਾ ਦਾ ਸੁਮੇਲ। ਇੱਕ ਵਿਅਕਤੀ ਬਾਹਰ ਇਕੱਲੀ ਸੇਵਾ ਕਰਦਾ ਏ, ਅਜੇ ਉਹ ਸਿਮਰਨ ਨਹੀਂ ਕਰ ਰਿਹਾ, ਅਤੇ ਇੱਕ ਵਿਅਕਤੀ ਇਕੱਲਾ ਸਿਮਰਨ ਕਰ ਰਿਹਾ ਏ, ਅਜੇ ਉਹ ਸੇਵਾ ਨਹੀਂ ਕਰ ਰਿਹਾ। ਅਤੇ ਮਹਾਰਾਜ ਕੀ ਕਹਿੰਦੇ ਨੇ, ਦੋਨੋਂ ਇਕੱਠੇ ਕਰ, ਸੇਵਾ ਅਤੇ ਸਿਮਰਨ ਦਾ ਸੁਮੇਲ ਕਰ। ਅਸਾਂ ਵੇਖਿਆ ਹੋਣਾ ਸੇਵਾ ਦੇ ਵੱਡੇ ਪੱਧਰਾਂ 'ਚ ਜਿਹਨੂੰ ਅੱਜ ਆਪਾਂ ਕਾਰ ਸੇਵਾ ਕਹਿੰਦੇ ਹਾਂ, ਇਹ ਸੇਵਾ ਦਾ ਅੰਦਰੂਨੀ ਸੇਵਾ ਦਾ ਸਭ ਤੋਂ ਵੱਡਾ ਮਹਾਰਾਜ ਨੇ ਬਾਉਲੀ ਸਾਹਿਬ ਤੋਂ ਆਰੰਭ ਕਰਕੇ ਬਖਸ਼ਿਸ਼ ਕੀਤੀ ਨਾ, ਵੀ ਸਾਰੀ ਸੰਗਤ ਮਿਲ ਕੇ ਕੰਮ ਕਰੇ। ਇੱਥੇ ਲੇਬਰ ਮਜ਼ਦੂਰ ਦੀ ਕੀਮਤ ਘਟ ਜਾਏ, ਇੱਥੇ ਸੰਗਤ ਆਪੇ ਰਲ ਕੇ ਕੰਮ ਕਰ ਲੈ। ਅਤੇ ਉਹਦੇ 'ਚ ਇੱਕ ਚੀਜ਼ ਵੇਖੀ ਹੋਣੀ ਆ, ਮਿੱਟੀ ਪੁੱਟ ਰਹੇ ਹੋ, ਪੱਥਰ ਢੋ ਰਹੇ ਹੋ, ਪ੍ਰਸ਼ਾਦੇ ਪਕਾ ਰਹੇ ਹੋ, ਭਾਂਡੇ ਮਾਂਜ ਰਹੇ ਹੋ, ਕੋਈ ਵੀ ਦਰਬਾਰ ਦੇ ਆਲੇ ਦੁਆਲੇ ਦੀ ਸੰਬੰਧਿਤ ਸੇਵਾ ਕਰ ਰਹੇ ਹੋ, ਅਤੇ ਕੀ ਗੱਲਾਂ ਬਾਤਾਂ ਹਾਸਾ ਮਜ਼ਾਕ ਕਰਕੇ ਕਰੋਗੇ? ਅਤੇ ਨਹੀਂ, ਸਿਆਣਿਆਂ ਜੁਗਤ ਦੀ ਕੀ ਹੈ, ਸੇਵਾ ਕਰੀ ਜਾਓ। ਅਤੇ ਉਹਨਾਂ 'ਚੋਂ ਇੱਕ ਵਿਅਕਤੀ ਜੋ ਬਜ਼ੁਰਗ ਵਿਅਕਤੀ ਹੁੰਦਾ, ਜੋ ਜਥੇਦਾਰ ਆਪਾਂ ਕਹਿ ਦਿੰਦੇ ਹਾਂ, ਉਹ ਉੱਚੀ ਉੱਚੀ ਬੋਲ ਰਹੇ ਹੁੰਦੇ ਆ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਉਹ ਉੱਚੀ ਉੱਚੀ ਬੋਲ ਰਿਹਾ ਹੁੰਦਾ, ਕਿਉਂਕਿ ਭਾਈ ਉਹਦੇ ਪਿੱਛੇ ਪਿੱਛੇ ਫਿਰ ਬਾਕੀ ਸਾਰੇ ਬੋਲ ਰਹੇ ਨੇ। ਹੱਥਾਂ ਨਾਲ ਸੇਵਾ ਹੋ ਰਹੀ ਹੈ, ਰਸਨਾ ਨਾਮ ਜਪ ਰਹੀ ਹੈ। ਜਦੋਂ ਇਹ ਦੋ ਕੰਮ ਇਕੱਠੇ ਹੋਣ ਲੱਗ ਪੈਂਦੇ ਨੇ ਅਤੇ ਸਰੇ ਵਹਿ ਦਾ ਦਾਇਰਾ ਪੂਰਾ ਹੋ ਜਾਂਦਾ। ਕਹਿਣ ਲੱਗੇ ਅਸੀਂ ਇਹਨਾਂ ਦੇ ਚਰਨ ਸਰੇ ਵਹਿ, ਚਰਨਾਂ ਦੀ ਸੇਵਾ ਕਰੀਏ। ਚਰਨਾਂ ਦੀ ਸੇਵਾ ਦਾ ਭਾਵ ਪੁਰਾਣਾ ਵਕਤ ਸੀ ਜਦੋਂ ਲੋਕ ਯਾਤਰੀ ਥੱਕ ਟੁੱਟ ਕੇ ਆਉਂਦੇ, ਲੰਬੇ ਸਫ਼ਰ ਪੈਦਲ ਚੱਲ ਕੇ ਆਉਂਦੇ ਅਤੇ ਭਾਈ ਮੁੱਠੀ ਚਾਪੀ ਕੀਤੀ ਜਾਂਦੀ। ਅੱਜ ਇਹ ਵੀ ਸੰਦਰਭ ਬਦਲ ਗਿਆ। ਅੱਜ ਦੂਰ ਦੁਰਾਡੇ ਤੋਂ ਕੋਈ ਤੁਰ ਕੇ ਨਹੀਂ ਆਉਂਦਾ, ਅਤੇ ਦੂਰ ਦੁਰਾਡੇ ਵਾਲ ਕਿਹਾ ਤਾਂ ਜਹਾਜ਼ਾਂ 'ਤੇ ਉੱਡ ਕੇ ਆਉਂਦੇ ਨੇ। ਹੁਣ ਕਿਸੇ ਦੇ ਪੈਰ ਦਬਾਉਣ ਵਾਲੀ ਸੇਵਾ ਸੰਗਤ ਵਿੱਚ ਨਹੀਂ ਰਹੀ। ਪੱਖਾ ਝੱਲਣ ਦੀ ਸੇਵਾ ਸੰਗਤ ਵਿੱਚ ਨਹੀਂ ਹੈ। ਪਾਣੀ ਢੋ ਕੇ ਲੈ ਕੇ ਆਉਣ ਦੀ ਸੇਵਾ ਸੰਗਤ ਵਿੱਚ ਨਹੀਂ ਹੈ। ਬਾਲਣ ਲੈ ਕੇ ਆਉਣ ਦੀ ਸੇਵਾ ਸੰਗਤ ਵਿੱਚ ਨਹੀਂ ਹੈ। ਸਾਡੇ ਵਡੇਰੇ 5-7 ਬਜ਼ੁਰਗਾਂ ਦਾ ਨਾਮ ਅਸੀਂ ਸੁਣਿਆ ਵੀ ਦੇਖੋ ਜੀ, ਬਾਬਾ ਆਦਮ ਅਤੇ ਭਾਈ ਮੰਝ ਇੱਥੇ ਬਾਲਣ ਢੋ ਕੇ ਲੈ ਕੇ ਆਉਂਦੇ ਸਨ। ਇੱਥੇ ਭਾਈ ਕਨ੍ਹਈਆ ਜੀ ਪਾਣੀ ਢੋ ਕੇ ਲੈ ਕੇ ਆਉਂਦੇ ਸਨ। ਇੱਥੇ ਦੇਖੋ ਜੀ, ਕੋਈ ਇੱਥੇ ਪੱਖਾ ਝੱਲਦਾ ਸੀ। ਹੁਣ ਇਹ 3-4 ਵੱਡੇ ਸੰਦਰਭਿਤ ਸੇਵਾਵਾਂ ਦੇ ਰੂਪ ਰੰਗ ਬਦਲ ਚੁੱਕੇ ਨੇ। ਅੱਜ ਨਾ ਪਾਣੀ ਢੋਣ ਦੀ ਲੋੜ ਹੈ, ਨਾ ਪੱਖਾ ਝੱਲਣ ਦੀ ਲੋੜ ਹੈ, ਨਾ ਬਾਲਣ ਢੋਣ ਦੀ ਲੋੜ ਹੈ। ਇਹ ਚੀਜ਼ਾਂ ਦੀ ਜ਼ਰੂਰਤ ਨਹੀਂ, ਅਤੇ ਨਾ ਮੁੱਠੀ ਚਾਪੀ, ਕਿਉਂਕਿ ਹੁਣ ਤਾਂ ਅਗਲਾ 10 ਕਦਮ ਤੋਂ ਤੁਰ ਕੇ ਆਉਂਦਾ ਹੈ, ਅਗਲੇ ਤਾਂ ਉੱਡ ਕੇ ਆਉਂਦੇ ਨੇ ਇੱਥੇ। ਇਸ ਕਰਕੇ ਗੱਲ ਫਿਰ ਕੀ ਸੇਵਾ ਮੁੱਕ ਗਈ? ਨਹੀਂ, ਸੇਵਾ ਦੇ ਸੰਦਰਭ ਬਦਲ ਜਾਂਦੇ ਨੇ। ਜ਼ਰੂਰਤਮੰਦ ਅੱਜ ਵੀ ਉੱਥੇ ਖੜ੍ਹਾ ਹੈ। ਜਿੱਥੇ 1000 ਸਾਲ ਪਹਿਲਾਂ ਲੋੜਵੰਦ ਖੜ੍ਹਾ ਸੀ, ਅੱਜ ਲੋੜਵੰਦ ਉੱਥੇ ਹੀ ਖੜ੍ਹਾ ਹੈ। ਬਸ ਚਿਹਰਾ ਬਦਲਿਆ ਹੋਏਗਾ, ਲੋੜਵੰਦ ਹੈ। ਅਤੇ ਜਿੱਥੇ ਤੁਹਾਨੂੰ ਸਮਝ ਆ ਜਾਏ ਯਕੀਨਨ ਇਹ ਲੋੜਵੰਦ ਹੈ, ਤਸਦੀਕ ਹੋ ਜਾਏ,
ਉਹਦੀ ਸੇਵਾ ਕਰ ਦਿਓ। ਗੁਰੂ ਦੀ ਸੇਵਾ ਹੋ ਗਈ। ਜਿੱਥੇ ਕਿਸੇ ਨੂੰ ਜ਼ਰੂਰਤ ਹੈ ਭੋਜਨ ਪ੍ਰਸ਼ਾਦ ਪਾਣੀ ਦੀ, ਉੱਥੇ ਭੋਜਨ ਪ੍ਰਸ਼ਾਦ ਪਾਣੀ ਪੁੱਜਦਾ ਕਰ ਦਿਓ, ਸੰਦਰਭਤ ਸੇਵਾ ਹੋ ਜਾਂਦੀ ਹੈ। ਜਿੱਥੇ ਕਿਸੇ ਨੂੰ ਜੈਸੀ ਵੀ ਜ਼ਰੂਰਤ ਹੈ ਵੈਸਾ ਅਸੀਂ ਕੰਮ ਕਰ ਦਈਏ। ਤੇ ਕਹਿਣ ਲੱਗੇ ਮਹਾਰਾਜ ਤਿਨ ਕੇ ਚਰਨ ਸਰਵੇ ਹਮ ਲਾਗੇ ਤਿਨ ਕੈ ਪਾਏ ਰਾਮ। ਹਾਂ, ਫਿਰ ਐਸਾ ਕੋਈ ਗੁਰਮੁਖ ਮਿਲੇ, ਐਸੇ ਬਜ਼ੁਰਗ ਮਿਲਣ, ਤੇ ਇਹਨਾਂ ਦੇ ਅੱਗੇ ਕਦੇ ਆਪਣੀ ਆਕੜ ਮਤ ਸ਼ੋ ਕਰਨਾ, ਆਪਣੀ ਚੌਧਰਾਹਟ ਨੂੰ ਮਤ ਸ਼ੋ ਕਰਨਾ ਕਿ ਦੇਖੋ ਮੈਂ ਇੱਥੋਂ ਦਾ ਵੱਡਾ ਚੌਧਰੀ ਹਾਂ। ਅਕਸਰ ਗਾਹੇ ਬਗਾਹੇ ਅਸੀਂ ਦੇਖਿਆ, ਜਰਾ ਕੋਈ ਕਿਸ ਨੂੰ ਰੁਤਬਾ ਉੱਚਾ ਮਿਲ ਜੇ ਉਹਦੇ 'ਤੇ ਬੋਲ ਹੀ ਬਦਲ ਜਾਂਦੇ ਨੇ। ਕੱਲ੍ਹ ਬੋਲ ਕੁਝ ਹੋਰ ਹੁੰਦੇ ਨੇ, ਅੱਜ ਅਨਾਊਂਸਮੈਂਟ ਹੋ ਗਿਆ ਜੀ ਹਾਂ ਇਹ ਅਹੁਦੇਦਾਰ ਹੈ, ਪਰਸੋਂ ਉਹਦੇ ਬੋਲ ਵਿਗੜੇ ਹੁੰਦੇ ਨੇ, ਅਤੇ ਜੇ ਤੀਜੇ ਦਿਨ ਅਹੁਦੇ ਤੋਂ ਲੈ ਜਾਏ ਬੋਲ ਫਿਰ ਸੁਧਰ ਜਾਂਦੇ। ਇਹਦਾ ਮਤਲਬ ਅਹੁਦਾ ਮਿਲਦਿਆਂ ਬੋਲ ਵਿਗੜ ਜਾਂਦੇ ਨੇ, ਅਹੁਦੇ ਤੋਂ ਟੁੱਟਦਿਆਂ ਫਿਰ ਬੋਲ ਸੁਧਰ ਜਾਂਦੇ ਨੇ। ਅਤੇ ਫਿਰ ਕੌਣ ਹੈ? ਗਿਰਗਿਟ ਹੈ। ਇਹ ਸਿੱਖ ਨਹੀਂ ਹੋ ਸਕਦਾ, ਇਹ ਕੁਝ ਹੋਰ ਪਾਖੰਡੀ ਹੋਵੇਗਾ। ਸਿੱਖ ਦੇ ਬੋਲ ਜਿਉਂ-ਜਿਉਂ ਅਹੁਦਾ ਵੱਧਦਾ ਜਾਏਗਾ ਤਿਉਂ ਤੋਂ ਵਿਨਮਰ ਹੁੰਦਾ ਜਾਏਗਾ, ਤਿਉਂ ਹੰਬਲ ਹੁੰਦਾ ਜਾਏਗਾ, ਤਿਉਂ ਮਿਠਾਸ ਨਾ ਭਰਦਾ ਜਾਏਗਾ। ਅਸੀਂ ਵੇਖਿਆ ਨਾ ਆਪਣੇ ਰਾਜੇ ਨੂੰ, ਗੁਰੂ ਦੀ ਗੱਲ ਤੇ ਬੜੀ ਵੱਡੀ ਗੱਲ ਹੈ। ਅਸਾਂ ਆਪਣਾ ਰਾਜਾ ਵੇਖਿਆ ਹੈ, ਮਹਾਰਾਜਾ ਰਣਜੀਤ ਸਿੰਘ। ਬੱਚਿਆਂ ਤੋਂ ਬੇਰੀ ਦੇ ਬੇਰ ਤੋੜਦਿਆਂ ਭੁਲੇਖੇ ਨਾਲ ਵੱਟਾ ਕੇ ਵੱਜ ਗਏ। ਸਿਪਾਹੀ ਬੱਚਿਆਂ ਨੂੰ ਪਕੜ ਲਿਆਏ ਨੇ। ਸਿਪਾਹੀਆਂ ਕਿਹਾ ਜੀ ਇਹਨਾਂ ਬੱਚਿਆਂ ਨੇ ਵੱਟੇ ਮਾਰੇ। ਬੱਚੇ ਨੂੰ ਪੁੱਛਿਆ ਬੱਚਿਓ ਤੁਸੀਂ ਕਿਉਂ ਵੱਟੇ ਮਾਰੇ? ਬੱਚੇ ਪਹਿਲਾਂ ਡਰੇ ਪਰ ਹਿੰਮਤ ਕਰਕੇ ਕਹਿਣ ਲੱਗੇ ਅਸਾਂ ਰਾਜਾ ਜੀ ਤੁਹਾਨੂੰ ਵੱਟਾ ਨਹੀਂ ਮਾਰਿਆ। ਕਹਿਣ ਲੱਗੇ ਵੱਟਾ ਤੇ ਵੱਜਾ ਨਾ? ਕਹਿਣ ਲੱਗੇ ਜੀ ਹਾਂ ਅਸਾਂ ਤਾਂ ਬੇਰੀ ਨੂੰ ਵੱਟੇ ਮਾਰੇ। ਬੇਰੀ ਨੂੰ ਵੱਟੇ ਕਿਉਂ ਮਾਰਦੇ ਹੋ? ਬੇਰ ਮਿਲਦੇ ਆ, ਉੱਪਰ ਬੇਰ ਲੱਗੇ ਨਾ, ਅਸਾਂ ਤਾਂ ਬੇਰ ਤੋੜਨੇ ਆ। ਮਹਾਰਾਜ ਕਹਿਣ ਲੱਗਾ ਜੇ ਕੰਡਿਆਲੀ ਬੇਰੀ ਨੂੰ ਵੱਟੇ ਪੈਂਦੇ ਤੇ ਬੇਰ ਮਿਲਦੇ ਤੇ ਫਿਰ ਮੈਂ ਤੇ ਗੁਰੂ ਕਾ ਸਿੱਖ ਹਾਂ ਤੇ ਮਹਾਰਾਜਾ ਹਾਂ, ਤੇ ਮੈਂ ਸਜਾ ਦੇਵਾਂ? ਨਹੀਂ, ਇਹਨਾਂ ਦੀ ਝੋਲੀਆਂ ਬੇਰਾਂ ਨਾਲ ਭਰ ਦਿਓ, ਇਨਾਮ ਦਿਓ, ਖੁਸ਼ੀ ਦਿਓ ਬੱਚਿਆਂ ਨੂੰ। ਯਾਦ ਰੱਖਣਾ ਜਿਤਨਾ ਰੁਤਬਾ ਵੱਡਾ ਹੋ ਜਾਏ, ਜਿਤਨਾ ਅਹੁਦਾ ਵੱਡਾ ਹੋ ਜਾਏ ਉਤਨਾ ਨੀਵਾਂ ਹੋ ਜਾਏ। ਅਤੇ ਚੇਤਾ ਰੱਖਣਾ ਜਿਉਂ-ਜਿਉਂ ਫਲ ਲੱਗਦੇ ਤੇ ਰੁੱਖ ਆਪਣੇ ਆਪ ਨੀਵੇਂ ਹੋ ਜਾਂਦੇ, ਜਿਉਂ-ਜਿਉਂ ਫਲ ਪੱਕਦੇ ਰੁੱਖ ਨੀਵੇਂ ਹੋ ਜਾਂਦੇ, ਫਲ ਪੱਕ ਕੇ ਝੜ ਜਾਂਦੇ ਰੁੱਖ ਫਿਰ ਉੱਚੇ ਹੋ ਜਾਂਦੇ। ਇਹ ਕੁਦਰਤ ਦਾ ਨਿਯਮ ਹੈ। ਮਹਾਰਾਜ ਕਹਿਣ ਲੱਗੇ ਅਸੀਂ ਤਿਨ ਕਾ ਚਰਨ ਸਰੇਵੇ ਹਮ ਲਾਗੇ ਤਿਨ ਕੇ ਪਾਏ, ਅਸੀਂ ਉਹਦੇ ਪੈਰੀਂ ਪੈ ਜਾਣੇ ਆ। ਭਾਵ ਕਦੇ ਵੀ ਆਪਣੇ ਅਹੁਦੇ ਨੂੰ, ਆਪਣੇ ਰੁਤਬੇ ਨੂੰ, ਆਪਣੀ ਜਾਤ ਨੂੰ, ਆਪਣੀ ਬਰਾਦਰੀ ਨੂੰ, ਆਪਣੀ ਵਿਦਿਆ ਨੂੰ ਕਿਸੇ ਗੁਰਮੁਖ ਦੇ ਸਾਹਮਣੇ ਆੜੇ ਮਤ ਆਣ ਦੇਣਾ। ਹਿੱਤ ਤੇ ਵਿਨਮਰਤਾ ਤੇ ਪਿਆਰ ਤੇ ਮਿਠਾਸ ਚਾਹੀਏ, ਤਦ ਕਿਤੇ ਜਾ ਕੇ ਸੰਗਤ 'ਚੋਂ ਪ੍ਰਾਪਤੀਆਂ ਹੁੰਦੀਆਂ ਨੇ। ਝੁਕੀਆਂ ਹੋਇਆਂ ਨੂੰ ਹੀ ਬਖਸ਼ਿਸ਼ਾਂ ਮਿਲਦੀਆਂ ਨੇ। ਕਹਿਣ ਲੱਗੇ ਕੀ ਕਰੋ? ਕਿੱਦਾਂ ਕਰੋਗੇ? ਕਹਿਣ ਲੱਗੇ ਹਰ ਹਰ ਚਰਨ ਸਰੇ ਵਹਿ ਤਿਨ ਕੇ। ਅਸੀਂ ਉਹਨਾਂ ਦੇ ਪਿਆਰਿਆਂ ਦੇ ਜਿਹੜੇ ਗੁਰਮੁਖ ਜਨ ਨੇ ਚਰਨ ਸਰੇ ਵਹਿ, ਉਹਨਾਂ ਦੇ ਪੈਰ ਧੋ ਕੇ, ਸੰਤ ਪਾਵਨ ਬਾਣੀ ਪੜ੍ਹਦੇ ਪੜ੍ਹਦੇ ਮਿਲਦਾ ਹੈ ਉਹਨਾਂ ਦੇ ਪੈਰ ਧੋ ਕੇ ਪੀ ਲਈਏ, ਉਹਨਾਂ ਦੇ ਚਰਨ ਧੂੜ ਕਿਤੇ ਮਿਲ ਜੇ ਤੇ ਮੱਥੇ 'ਤੇ ਲਾ ਲਈਏ। ਪਰ ਅੱਜ ਅਸੀਂ ਇਹਨਾਂ ਸੰਦਰਭਾਂ ਤੋਂ ਇੰਨੀ ਦੂਰ ਜਾ ਚੁੱਕੇ ਹਾਂ ਅਤੇ ਨਤੀਜਨ ਘਰ ਪਰਿਵਾਰ 'ਚ ਖੁਸ਼ਕੀਆਂ ਅਤੇ ਕਲੇਸ਼ ਵਿੱਚ ਅਸੀਂ ਲੈ ਬੈਠੇ ਹਾਂ। ਜਿਸੇ ਦੇ ਘਰ ਸਾਡੇ ਘਰਾਂ 'ਚ ਕਲੇਸ਼, ਸਾਡੇ ਮਨਾਂ 'ਚ ਖੁਸ਼ਕੀਆਂ। ਅਤੇ ਤੀਜੇ ਵਿਅਕਤੀ ਨੂੰ ਪੁੱਛ ਕੇ ਦੇਖੋ, ਕਹਿੰਦਾ ਜੇ ਨੀਂਦ ਨਹੀਂ ਆਉਂਦੀ, ਡਿਸਟਰਬ ਆ। ਹਰ ਦੂਜਾ ਤੀਜਾ ਵਿਅਕਤੀ ਡਿਸਟਰਬੈਂਸ ਨਾਲ ਭਰਿਆ ਹੈ। ਹਰ ਪਰਿਵਾਰ 'ਚ ਇੱਕ ਅੱਧਾ ਵਿਅਕਤੀ ਡਿਪਰੈਸ਼ਨ ਨਾਲ ਭਰਿਆ ਪਿਆ ਹੈ। ਕਿਉਂ? ਅਸੀਂ ਗੁਰਸਿੱਖੀ ਦੇ ਲਿਬਾਸਾਂ ਨੂੰ ਪਕੜਨ ਰਹੇ ਹਾਂ, ਅਸੀਂ ਗੁਰਸਿੱਖੀ ਦੇ ਬਾਹਰਲੀਆਂ ਟਾਹਣੀਆਂ ਨੂੰ ਪਾਣੀ ਦੇ ਰਹੇ ਹਾਂ ਅਤੇ ਜੜ੍ਹਾਂ ਦੇ ਵੱਢ ਰਹੇ ਹਾਂ। ਅਸੀਂ ਜੋ ਚਾਹੀਦੇ ਸੀ ਮੂਲ ਤੱਤ ਸੰਗਤ, ਸੇਵਾ, ਸਿਮਰਨ, ਭਜਨ, ਪਿਆਰ, ਇਤਫਾਕ, ਅਸੀਂ ਇਹਨਾਂ ਚੀਜ਼ਾਂ ਨੂੰ ਛੱਡਦੇ ਚਲੇ ਜਾ ਰਹੇ ਹਾਂ। ਅਸੀਂ ਕਰੀਏ ਕਿਤੇ ਐਸਾ ਜੋ ਸਾਡੇ ਰੂਟਸ ਨੇ ਉਹਨਾਂ ਨੂੰ ਪਾਣੀ ਦੇਵੀਏ, ਜੋ ਸਾਡੀਆਂ ਨੀਡਸ ਨੇ, ਡਿਮਾਂਡ ਨਹੀਂ। ਅਸੀਂ ਡਿਮਾਂਡਾਂ ਪੂਰੀਆਂ ਕਰ ਰਹੇ ਹਾਂ, ਅਸੀਂ ਨੀਡ ਪੂਰੀਆਂ ਕਰੀਏ। ਯਾਦ ਰੱਖਣਾ ਡਿਮਾਂਡ ਅਤੇ ਨੀਡ ਤੁਸੀਂ ਤਾਂ ਮੇਥੋਂ ਜ਼ਿਆਦਾ ਅੰਗਰੇਜ਼ੀ ਪੜ੍ਹੇ ਹੋ, ਫਰਕ ਪਤਾ ਹੈ ਨਾ। ਸਾਨੂੰ ਪਤਾ ਜੋ ਨੀਡ ਕੀ, ਜ਼ਰੂਰਤ ਕੀ ਹੈ ਅਤੇ ਮੰਗ ਕੀ ਹੈ। ਮੰਗ ਮਨ ਕਰਦਾ ਹੈ ਪਰ ਜ਼ਰੂਰਤ ਮਨ ਕਰਦਾ ਹੈ। ਜ਼ਰੂਰਤ ਤਨ ਦੀ ਹੈ, ਜ਼ਰੂਰਤ ਮਨ ਦੀ ਹੈ, ਜ਼ਰੂਰਤ ਆਤਮਾ ਦੀ। ਅਸੀਂ ਯਤਨ ਕਰੀਏ ਜੋ ਸਾਡੀਆਂ ਬੇਸਿਕ ਮੂਲਭੂਤ ਜ਼ਰੂਰਤਾਂ ਨੇ ਤਨ ਕਰਕੇ, ਮਨ ਕਰਕੇ ਅਸੀਂ ਪੂਰੀਆਂ ਕਰੀਏ। ਅਤੇ ਯਾਦ ਰੱਖਣਾ ਫਿਰ ਆਤਮਾ ਦੀ ਵੀ ਕੋਈ ਜ਼ਰੂਰਤ ਹੋਏਗੀ ਨਾ, ਰੂਹ ਦੀ ਵੀ ਕੋਈ ਜ਼ਰੂਰਤ ਹੋਏਗੀ ਨਾ, ਰੂਹ ਨੂੰ ਵੀ ਖੁਰਾਕ ਦਈਏ। ਤਿੰਨ ਹਰ ਹਰ ਚਰਨ ਸਰੇ ਵਹਿ ਤਿਨ ਕੇ। ਪੁੱਛੇ ਕਿਹੜੇ? ਆਖਰ ਪਹਿਚਾਨ ਕੀ ਕਿਹਨਾਂ ਦੀ ਸੇਵਾ ਕਰਨੀ? ਕਿਨ? ਜਿਨ ਸਤਿਗੁਰ ਪੁਰਖ ਪ੍ਰਭ ਧਿਆਇਆ, ਜਿਹੜੇ ਆਪਣੇ ਸਤਿਗੁਰ ਪੁਰਖ ਨੂੰ ਧਿਆਉਂਦੇ।
ਜਿਹੜੇ ਜਪ ਕਰਦੇ ਨੇ, ਸਿਮਰਨ ਕਰਦੇ ਨੇ, ਭਜਨ ਕਰਦੇ ਨੇ, ਬੰਦਗੀ ਕਰਦੇ ਨੇ, ਆਪਣੇ ਗੁਰੂ ਦੇ ਪ੍ਰਤੀ ਪਿਆਰ ਕਰਦੇ ਨੇ, ਗੁਰੂ ਕੇ ਸਿਧਾਂਤਾਂ ਤੇ, ਗੁਰੂ ਕੇ ਬਖਸ਼ਿਸ਼ ਭਰੇ ਉਪਦੇਸ਼ਾਂ ਤੇ ਪਹਿਰਾ ਦਿੰਦੇ ਨੇ। ਧਿਆਇਆ ਦਾ ਮਤਲਬ ਹੀ ਹੁੰਦਾ, ਕੱਲ੍ਹ ਅਸੀਂ ਬਾਤ ਕਰ, ਜਪ ਦਾ ਦਾਇਰਾ ਬਹੁਤ ਵਿਸ਼ਾਲ ਹੈ। ਸਮੇਂ ਦੇ ਨਾਲ ਸਾਨੂੰ ਇਹ ਪਰਦੇ ਖੁੱਲ੍ਹਣੇ ਪੈਣੇ ਨੇ ਕਿ ਜਪ ਦਾ ਦਾਇਰਾ ਕੇਵਲ ਵਾਹਿਗੁਰੂ ਵਾਹਿਗੁਰੂ ਕਹਿਣਾ ਹੀ ਨਹੀਂ ਹੈ। ਜਪ ਦਾ ਦਾਇਰਾ ਬਹੁਤ ਵਿਸ਼ਾਲ ਹੈ। ਵਾਹਿਗੁਰੂ ਕਹਿ ਕੇ ਵਾਹਿਗੁਰੂ ਨੂੰ ਸਮਝਣਾ, ਵਾਹਿਗੁਰੂ ਦੇ ਵਿਚਾਰ ਨੂੰ ਜਾਣਨਾ। ਕਿੱਥੇ ਵਾਹਿਗੁਰੂ ਹੈ? ਤੇ ਘੱਟ ਘੱਟ ਵਿੱਚ ਵਾਹਿਗੁਰੂ ਹੈ। ਜਿਨ ਹਰ ਪ੍ਰਭ ਧਿਆਇਆ, ਕਿਵੇਂ ਕਹੀਏ? ਤੂੰ ਵੱਡਦਾਤਾ ਅੰਤਰ ਜਾਮੀ। ਫਿਰ ਕਹੀਏ ਜਦੋਂ ਸੇਵਾ ਕਰੀਏ, ਪਿਆਰ ਕਰੀਏ, ਫਿਰ ਹੱਕ ਹੈ ਸਾਨੂੰ ਕੁਛ ਕਹੀਏ। ਅਸੀਂ ਬਿਨਾਂ ਕੁਛ ਕੀਤਿਆਂ ਹੀ ਕਵਾਂਗੇ ਤੇ ਚੰਗਾ ਨਹੀਂ ਲੱਗਦਾ। ਕਿਸੇ ਦੇ ਘਰ ਜਾਈਏ, ਸਿੱਧੇ ਜਾਂਦੇ ਆਪਣੀ ਗੱਲ ਕਹਿਣ ਲੱਗ ਪਈ ਤਾਂ ਅਗਲਾ ਕਹਿੰਦਾ ਤਮੀਜ਼ ਨਾਲ ਗੱਲ ਕਰੋ, ਇੱਜ਼ਤ ਨਾਲ ਗੱਲ ਕਰੋ। ਗੱਲ ਕਹਿਣ ਦਾ ਕੋਈ ਤਰੀਕਾ ਹੁੰਦਾ ਹੈ। ਤੇ ਸਾਡੇ ਘਰ ਭਗਤੀ ਘਰ ਕਿਹੜਾ ਤਰੀਕਾ ਹੈ ਭਾਈ? ਪਹਿਲਾਂ ਸਿਮਰਨ ਕਰ, ਸੇਵਾ ਕਰ, ਜਪ ਕਰ, ਅਗਲਾ ਪੁੱਛੇ ਵੀ ਹਾਂ ਕਿਵੇਂ ਆਏ ਹੋ। ਅੱਜ ਵੀ ਅਸੀਂ ਕਿਸੇ ਵੱਡੇ ਬੰਦੇ ਕੋਲ ਜਾਂਦੇ ਹਾਂ, ਸਿਆਣਪੇ ਕਹਿੰਦੇ ਕਿ ਜਾ ਕੇ ਕੋਲ ਖਲੋ ਜਾਓ, 2-4 ਫੁੱਟ ਤੋਂ ਦੂਰ ਰਹੋ। ਅਗਰ ਉਹ ਕਿਸੇ ਦੂਜੇ ਪਰਸਨ ਨਾਲ ਗੱਲ ਕਰਦਾ ਹੈ, ਉਹਦਾ ਇੰਨੇ ਕੁ ਨੇੜੇ ਆ ਜਾਓ ਕਿ ਉਹਦੇ ਧਿਆਨ ਵਿੱਚ ਆ ਜਾਓ, ਪਰ ਗੱਲ ਵਿੱਚ ਖਲਲ ਨਾ ਪਾਓ। ਉਹ ਆਪੇ ਤਵੱਜੋ ਦੇ ਤੁਹਾਨੂੰ ਪੁੱਛੇ ਧਿਆਨ ਕਰਕੇ, ਹਾਂ ਜੀ ਦੱਸੋ ਕਿਵੇਂ ਆਏ ਹੋ, ਫਿਰ ਆਪਣੀ ਗੱਲ ਕਹੋ। ਸਿਆਣਪ ਤੇ ਮੰਗ ਕਰਦੀ ਹੈ, ਸਭਿਅਤਾ ਦੀ ਮੰਗ ਹੈ ਕਿ ਤੁਸੀਂ ਜਾ ਕੇ ਚੁੱਪ ਕਰਕੇ ਕੋਲ ਖਲੋ ਜਾਓ, ਅਗਲਾ ਤੁਹਾਡੇ ਰੁੱਖ ਕਰੇ ਤੇ ਫਿਰ ਬੋਲੋ। ਪੂਰਾ ਇਤਿਹਾਸ ਪੜ੍ਹ ਕੇ ਦੇਖ ਲੈਣਾ। ਸਿੱਖ ਮਹਾਰਾਜ ਕੋਲ ਆ ਕੇ ਖੜਦੇ, ਮੱਥਾ ਟੇਕਦੇ, ਚੁੱਪਚਾਪ ਆਪਣੇ ਪਾਸੇ 'ਤੇ ਖਲੋ ਜਾਂਦੇ। ਮਹਾਰਾਜ ਆਪਣੇ ਧਿਆਨ 'ਚ ਕੀਰਤਨ ਹੋ ਰਿਹਾ ਹੁੰਦਾ ਤੇ ਮਹਾਰਾਜ ਜਦੋਂ ਰੁੱਖ ਕਰਦੇ, ਨਿਗਾਹ ਪੁੱਟ ਕੇ ਦੇਖਦੇ, ਸਵਾਲੀਆ ਨਿਸ਼ਾਨ। ਫਿਰ ਅਗਲਾ ਮਹਾਰਾਜ ਆ ਬੇਨਤੀ ਹੈ। ਇਹ ਥੋੜ੍ਹਾ ਕਿ ਅਗਲਾ ਆਪਣੇ ਧਿਆਨ 'ਚ ਬੈਠਾ ਹੈ, ਤੁਸੀਂ ਮੋਢਾ ਝੰਜੋੜ ਕੇ ਆਪਣੀ ਗੱਲ ਕਹਿ ਦਿਓ। ਤੁਹਾਡੇ 'ਤੇ ਸੁਣੇਗਾ ਕਿ ਨਹੀਂ ਸੁਣੇਗਾ, ਉਹਦੀ ਆਪਣੀ ਟੁੱਟ ਜਾਏਗੀ। ਇਸ ਕਰਕੇ ਕਦੇ ਵੀ ਜਦ ਕੋਈ ਕੀਰਤਨ ਕਥਾ ਸੁਣਦਾ ਬੈਠਾ, ਨੇਤਰ ਬੰਦ ਕਰਕੇ ਧਿਆਨ 'ਚ ਹੋਵੇ, ਤਾਂ ਮੋਢਾ ਫੜ ਕੇ ਮਤ ਹਿਲਾਓ ਉਹਨੂੰ। ਬਾ ਮੁਸ਼ਕਲ 'ਤੇ ਕੋਈ ਜੁੜਦਾ ਹੈ ਕਿਤੇ ਥੋੜ੍ਹਾ ਬਹੁਤਾ, ਅਸੀਂ ਆਣੇ ਝੰਜੋੜ ਕੇ ਹਿਲਾ ਦੇਨੇ ਹਾਂ। ਜਦੋਂ ਸਾਡੀ ਆਹਟ ਤੋਂ ਰੁੱਖ ਕਰੇ, ਫਿਰ ਉਹਨੂੰ ਕਹੀਏ ਆਹ ਗੱਲ ਹੈ। ਫਿਰ ਬੇਨਤੀ ਕਰੀਏ, ਕਹਿਣ ਲੱਗੇ ਮਹਾਰਾਜ ਤੂੰ ਵੱਡਾ ਦਾਤਾ ਅੰਤਰ ਜਾਮੀ। ਮਹਾਰਾਜ ਤੁਸੀਂ ਤੇ ਬਹੁਤ ਵੱਡੇ ਹੋ, ਤੁਸੀਂ ਤੇ ਦਾਤੇ ਹੋ, ਤੁਸੀਂ ਤੇ ਅੰਤਰਜਾਮੀ ਹੋ, ਤੁਸੀਂ ਤੇ ਮੇਰੀਆਂ ਪਰੇਸ਼ਾਨੀਆਂ ਨੂੰ ਜਾਣਦੇ ਹੋ, ਤੁਸੀਂ ਤਾਂ ਮੇਰੀਆਂ ਔਕੜਾਂ ਨੂੰ ਜਾਣਦੇ ਹੋ, ਕਿਰਪਾ ਕਰੋ ਨਾ। ਤੇ ਫਿਰ ਪੁੱਛਣਗੇ ਤੇਰੀ ਪਰੇਸ਼ਾਨੀ ਹੈ ਤੇ ਦੱਸ ਨਾ ਕੀ ਪਰੇਸ਼ਾਨੀ ਤੈਨੂੰ। ਜਿਵੇਂ ਪੁੱਛਿਆ ਨਾ, ਨਾਮਦੇਵ ਨੇ ਕੁੰਡਾ ਖੜਕਾਇਆ, ਤੈਨੂੰ ਪੁੱਛਿਆ ਨਾ ਤੂੰ ਕੌਣ ਰੇ, ਤੂੰ ਕੌਣ ਹੈ ਭਾਈ? ਫਿਰ ਉਹਨੇ ਕਿਹਾ ਜੀ ਮੈਂ ਤੇਰਾ ਸੇਵਕ ਹਾਂ। ਫਿਰ ਦੂਜਾ ਸਵਾਲ ਪੁੱਛਾ, ਕਿਉਂ ਆਇਆ ਹੈ? ਸੇਵਕ ਤੇ ਹੈ ਪਰ ਕਿਉਂ ਆਇਆ ਹੈ? ਉਹਨੇ ਕਿਹਾ ਜੀ ਬਾਹਰ ਡਰ ਲੱਗਦਾ। ਅਸੀਂ ਪੜ੍ਹਿਆ ਹੋਣਾ ਕੀਰਤਨਿਆਂ 'ਚ ਕਈ ਵਾਰ, ਸ਼੍ਰੀ ਮੁਖਵਾਕ ਤੂੰ ਕੌਣ ਰੇ? ਮੈਂ ਜੀ ਨਾਮਾ। ਕਿਉਂ ਆਇਆ ਹੋ ਜੀ? ਕਹਿਣ ਲੱਗੇ ਆਲਾ ਤੇ ਨਿਵਾਰਣਾ ਜਮ ਕਾਰਨ। ਮਹਾਰਾਜ ਬਾਹਰ ਜਮ ਮਾਰਦਾ, ਇਸ ਕਰਕੇ ਤੇਰੇ ਅੰਦਰ ਆਇਆ। ਤੇ ਕਈ ਵਾਰ ਐਸਾ ਹੋ ਸਕਦਾ ਹੈ ਜਵਾਬ ਉਭਰੇ ਹੀ ਨਾ। ਹਰ ਪੁੱਛਿਆ ਢਾਡੀ ਸਦਕੈ, ਦਰਤੇ ਤੇ ਆਈਏ। ਹਰ ਪੁੱਛਿਆ ਢਾਡੀ ਸਦਕੈ, ਕਿਤ ਅਰਥ ਤੂੰ ਆਇਆ। ਜਦੋਂ ਉਸਨੇ ਪੁੱਛਿਆ ਵੀ ਕਿਸ ਆਏ ਹੋ, ਕੈਸੇ ਆਏ ਹੋ, ਤੇ ਕਹਿਣ ਲੱਗੇ ਜਦੋਂ ਬਸ ਦੀਦਾਰ ਨਿਗਾਹ ਭਰ ਕੇ ਦੇਖਿਆ, ਦੁੱਖ ਭੁੱਖ ਮਿਟ ਗਈ। ਉਹਦੇ ਦਰਸ਼ਨ ਦਾ ਸਫਲਤਾ ਇਹ ਹੈ ਕਿ ਦਰਸ਼ਨ ਕਰਨ ਤੋਂ ਬਾਅਦ ਦੁੱਖ ਤੇ ਭੁੱਖ ਮਿਟ ਜਾਂਦਾ ਹੈ। ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚੇਤਨ ਆਇਆ। ਕੁਝ ਮੰਗਣ ਦਾ ਚੇਤਾ, ਦਰਸ਼ਨ ਦੇਖਦੇ ਹਾਂ ਸੁਧ ਬੁੱਧ ਮਿਟ ਗਈ, ਮੰਗਣ ਦਾ ਚੇਤਾ ਹੀ ਨਾ ਰਿਹਾ। ਤੇ ਚੇਤਾ ਰੱਖਣਾ, ਜਿਹੜਾ ਇੱਥੇ ਪਹੁੰਚ ਜਾਏਗਾ ਫਿਰ ਉਸਨੂੰ ਸਭ ਕੁਝ ਮਿਲੇਗਾ। ਬੇਨਤੀ ਕਰੀ ਤੂੰ ਵੱਡਦਾਤਾ ਅੰਤਰ ਜਾਮੀ। ਸੱਚੇ ਪਾਤਸ਼ਾਹ ਮੇਰੀ ਸ਼ਰਧਾ ਪੂਰ ਹਰਿ ਰਾਇਆ। ਹੇ ਹਰੀ ਰਾਜੇ, ਤੁਸੀਂ ਤੇ ਦਾਤਾਰ ਹੋ ਨਾ, ਤੁਸੀਂ ਮੇਰੀ ਸ਼ਰਧਾ ਪੂਰਨ ਕਰਦੇ ਹੋ ਨਾ। ਤੇ ਸ਼ਰਧਾ ਦਾ ਭਾਵ ਕੀ? ਹੁਣ ਸ਼ਰਧਾ ਦੇ ਵਿੱਚ ਬਹੁਤ ਕੁਝ ਹੁੰਦਾ ਹੈ। ਸ਼ਰਧਾਲੂ ਮੰਡਲ ਦੇ ਹਿਰਦੇ 'ਚ ਬਹੁਤ ਕੁਝ ਹੁੰਦਾ ਹੈ। ਸਾਡੇ ਕੋਲ ਸਾਡੀਆਂ ਭਾਵਨਾਵਾਂ 'ਚ ਕੀ ਕੁਛ ਹੈ ਇਹ ਤੇ ਸਾਨੂੰ ਹੀ ਪਤਾ ਹੈ ਨਾ। ਜਿਤਨੇ ਜੀ ਅਸੀਂ ਇੱਥੇ ਆਣ ਬੈਠੇ ਹਾਂ, ਸਾਡੇ ਸਾਰਿਆਂ ਦੀਆਂ ਜ਼ਰੂਰਤਾਂ ਅਲੱਗ-ਅਲੱਗ ਨੇ। ਜ਼ਰੂਰਤਾਂ ਦੇ ਹਿਸਾਬ ਦੇ ਮੁਤਾਬਕ ਸਾਡੀਆਂ ਮੰਗਾਂ ਵੀ ਅਲੱਗ-ਅਲੱਗ ਨੇ। ਇਹੀ ਸਾਡੀ ਸ਼ਰਧਾਵਾਂ ਨੇ। ਅਸੀਂ ਇਹੀ ਤੇ ਸ਼ਰਧਾ ਲੈ ਕੇ ਆਏ ਹਾਂ, ਇਹੀ ਤੇ ਮੰਗਦੇ ਹਾਂ। ਔਰ ਇਹੀ ਸਾਨੂੰ ਦੱਸਿਆ ਵੀ ਕਿ ਜੇ ਤੂੰ ਆ ਕੇ ਇੱਥੇ ਟਿਕ ਜਾਏ, ਤੇਰੇ ਰੂਪ ਰੰਗ 'ਤੇ, ਤੇਰੇ ਆਚਰਣ 'ਤੇ, ਤੇਰੇ ਵਿਵਹਾਰ 'ਤੇ ਮਹਾਰਾਜ ਖੁਸ਼ ਹੋ ਜਾਣ ਤੇ ਤੇਰੀ ਇੱਛਾ ਪੂਰੀ ਹੋ ਜਾਏਗੀ। ਸਤਿਗੁਰ ਹੋਏ ਦਿਆਲ ਤਾਂ
ਸ਼ਰਧਾ ਪੂਰੀ ਹੈ। ਸਤਿਗੁਰੂ ਦਿਆਲ ਹੋ ਜਾਣਗੇ ਤੇ ਤੇਰੀ ਸ਼ਰਧਾ ਪੂਰੀ ਹੋ ਜਾਏਗੀ। ਇਹਦਾ ਮਤਲਬ ਅਸੀਂ ਉਹ ਕੁਝ ਕਰੀਏ ਜਿਹਦੇ ਨਾਲ ਸਤਿਗੁਰੂ ਦਿਆਲੂ ਹੋਵਣ। ਬਸ ਐਸਾ ਕੋਈ ਕਰਤੱਵ ਕਰ ਸਕੀਏ ਸਤਿਗੁਰੂ ਖੁਸ਼ ਹੋ ਜਾਣ। ਸਤਿਗੁਰੂ ਖੁਸ਼ ਹੋ ਗਏ ਤੇ ਫਿਰ ਸ਼ਰਧਾ ਜੋ ਮਨ ਵਿੱਚ ਹੈ, ਸਵਾਲ ਤੇ ਮਨ ਵਿੱਚ ਨੇ ਨਾ, ਤੇ ਸਾਡੀਆਂ ਸਭ ਦੀਆਂ ਆਪਣੀ ਆਪਣੀ ਜ਼ਰੂਰਤਾਂ ਨੇ ਭਾਈ, ਸਾਡੀਆਂ ਆਪਣੀ ਆਪਣੀ ਮੰਗਾਂ ਨੇ। ਜੇ ਕੋਈ ਵਿਦਿਆਰਥੀ ਬੈਠਾ ਹੈ ਤੇ ਉਹ ਕਹੇਗਾ ਇਮਤਿਹਾਨ 'ਚੋਂ ਪਾਸ ਕਰ ਦਿਓ। ਜਿਹੜਾ ਪਾਸ ਹੋ ਕੇ ਆਇਆ ਹੈ ਉਹ ਕਹੇਗਾ ਮਹਾਰਾਜ ਕੋਈ ਨੌਕਰੀ ਜਾਬ ਕਾਰੋਬਾਰ ਦੇ ਦਿਓ। ਜਿਹੜੇ ਵਡੇਰੇ ਬੈਠੇ ਹੋ ਉਹ ਕਹਿਣਗੇ ਮਹਾਰਾਜ ਬਾਲ ਬੱਚੇ ਤੇਰੇ ਦਿੱਤੇ ਨੇ, ਇਹਨਾਂ ਨੂੰ ਕਾਰ ਵਿਹਾਰ ਚੰਗਾ ਦੇ ਦਿਓ। ਜਿਹੜੇ ਹੋਰ ਉਮਰ ਦਰਾਜ਼ ਬੈਠੇ ਹੋ ਉਹ ਕਹੋ ਕਿ ਮਹਾਰਾਜ ਸੁਖੀ ਬਸੇ ਮੋਰੋ ਪਰਿਵਾਰਾ, ਮੇਰਾ ਬਾਗ ਪਰਿਵਾਰ ਹੈ, ਛੋਟੇ ਛੋਟੇ ਬਾਲ ਬੱਚੇ ਦੂਰ ਦੁਰਾਡਿਆਂ 'ਤੇ ਬੈਠੇ, ਕਿਰਪਾ ਕਰਨਾ ਸਾਰੇ ਸੁਖੀ ਵਸਣ। ਸਾਡੀਆਂ ਅਲੱਗ-ਅਲੱਗ ਸ਼ਰਧਾਵਾਂ ਹੋ ਸੁਣਗੀਆਂ, ਪਰ ਪੂਰੀਆਂ ਕਦੋਂ ਹੋਣਗੀਆਂ? ਜੇ ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀਏ। ਸਤਿਗੁਰੂ ਹੋਏ ਦਿਆਲ ਨਾ ਕਬਹੂ ਝੂਰੀਐ। ਤੇ ਅੱਜ ਕਹਿਣ ਲੱਗੇ ਸੱਚੇ ਪਾਤਸ਼ਾਹ ਮੇਰੀ ਸ਼ਰਧਾ ਪੂਰ ਹਰਾਇਆ, ਮੇਰੀ ਸ਼ਰਧਾ ਪੂਰ ਕਰ ਦਿਓ ਨਾ। ਤੇ ਫਿਰ ਮਹਾਰਾਜ ਜਦੋਂ ਕੋਈ ਇੱਥੇ ਪਹੁੰਚ ਜਾਂਦਾ ਹੈ, ਇਸ ਸਿਲਸਿਲੇ ਦੇ ਮੁਤਾਬਕ ਆਉਂਦਾ ਹੈ, ਗੁਰਮੁਖਾਂ ਸੰਗਤਾਂ ਦੀ ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਜਪ ਕਰਦਾ ਹੈ, ਹੁਕਮ ਮੰਨਦਾ ਹੈ, ਸਿਸਟਮ ਦੇ ਵਿੱਚ ਰਹਿੰਦਾ ਹੈ, ਤੇ ਫਿਰ ਉਹਨੂੰ ਅਗਲੇ ਬਰਕਤ ਕੀ ਮਿਲਦੀ ਹੈ? ਗੁਰਸਿੱਖ ਮੇਲ ਮੇਰੀ ਸ਼ਰਧਾ ਪੂਰੀ। ਫਿਰ ਮਹਾਰਾਜ ਕੀ ਕਰਦੇ ਨੇ? ਤਜਰਬਾ ਦੱਸ ਰਹੇ ਨੇ, ਫਿਰ ਮੈਨੂੰ ਗੁਰਸਿੱਖਾਂ 'ਚ ਮਿਲਾਇਆ, ਗੁਰਸਿੱਖਾਂ ਦੇ ਸਦਕੇ ਮੇਰੀ ਸ਼ਰਧਾ ਨੂੰ ਪੂਰਾ ਕਰ ਦਿੱਤਾ। ਬਹੁਤ ਐਸੇ ਦ੍ਰਿਸ਼ਟਾਂਤ ਸਾਡੇ ਕੋਲ ਨੇ ਕਿ ਮਹਾਰਾਜ ਨੇ ਕੁਛ ਕਿਹਾ ਨਹੀਂ, ਪਰ ਕਿਸੇ ਨਾ ਕਿਸੇ ਐਸੇ ਗੁਰਸਿੱਖ ਦਾ ਮਿਲਾਪ ਕਰਵਾ ਦਿੱਤਾ, ਉਹਨੇ ਕਾਰਜ ਕਰ ਦਿੱਤਾ, ਉਹਨੇ ਰਾਹ ਦੱਸ ਦਿੱਤਾ ਤੇ ਅਗਲੇ ਦਾ ਕੰਮ ਪੂਰਾ ਹੋ ਗਿਆ। ਗੁਰਸਿੱਖ ਮੇਲ ਮੇਰੀ ਸ਼ਰਧਾ ਪੂਰੀ। ਹੁਣ ਕੀ ਕਰੋਗੇ? ਕਹਿਣਗੇ ਆਨੰਦ ਦਿਨ ਰਾਮ ਗੁਣ ਗਾਏ। ਹੁਣ ਆਪਾਂ ਤੇ ਸਮਝ ਆ ਗਈ ਕਿ ਰਾਮ ਗੁਣ ਗਾਈਏ। ਰਾਮ ਗੁਣ ਗਾਉਣ ਦਾ ਮਤਲਬ ਹੈ ਇੱਕ ਸਿਲਸਿਲੇ ਵਿੱਚ ਆ ਜਾਣਾ, ਇੱਕ ਸਿਸਟਮ ਦੇ ਵਿੱਚ ਆ ਜਾਣਾ, ਉਹਨੂੰ ਯਾਦ ਕਰਨਾ, ਉਹਦੇ ਹੁਕਮ ਨੂੰ ਚੇਤੇ ਰੱਖਣਾ, ਉਹਦੇ ਵਡੱਪਣ ਨੂੰ ਚੇਤੇ ਰੱਖਣਾ, ਉਹਦੀ ਹੈਸੀਅਤ ਨੂੰ ਚੇਤੇ ਰੱਖਣਾ, ਉਹਦੇ ਗੁਣਾਂ ਨੂੰ ਚੇਤੇ ਰੱਖਣਾ ਤੇ ਉਹਦੇ ਗੁਣਾਂ ਦੇ ਮੁਤਾਬਕ ਹੋ ਕੇ ਰਹਿਣਾ। ਹੁਣ ਅਣਦਿਨ ਹਰ ਗੁਣ ਗਾਏ ਤੇ ਫਿਰ ਮੁੜ ਕੇ ਕਹਿੰਦੇ ਜਿਨ ਸਤਿਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਿਲਾਏ। ਪਿਆਰਿਓ, ਜਿਹੜੇ ਸਤਿਗੁਰ ਨੂੰ ਪ੍ਰਾਪਤ ਕਰ ਲੈਂਦੇ ਨੇ, ਤੇ ਸਤਿਗੁਰ ਪਤਾ ਅੱਜ ਕਿੱਥੇ ਮਿਲਦੇ ਨੇ? ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਇਸ ਕਰਕੇ ਭਾਈ ਜਿੱਥੇ ਵੀ ਕਿਤੇ ਕੋਈ ਗੁਰਸਿੱਖ ਮਿਲੇ ਅਦਬ ਨਾਲ ਸਿਰ ਝੁਕਾ ਦਿਓ। ਅਸੀਂ ਤਾਂ ਆਪਣੇ ਹੰਕਾਰ ਉਹਦੇ ਰੁਤਬੇ ਆਕੜੇ ਨਹੀਂ ਛੱਡਦੇ। ਤੇ ਮਹਾਰਾਜ ਕਹਿੰਦੇ ਨੇ ਜੋ ਦੀਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਅਸੀਂ ਅਦਬ ਕਰੀਏ, ਮਾਣ ਕਰੀਏ, ਜਿਹਨੂੰ ਦਾਰਸ਼ਨਿਕਤਾ 'ਚ ਕਿਹਾ ਜਾਂਦਾ ਕਿ ਮਨੁੱਖ ਦਾ ਸਨਮਾਨ ਕਰੋ, ਮਨੁੱਖਤਾ ਦਾ ਸਨਮਾਨ ਕਰੋ। ਜਿੱਥੇ ਵੀ ਕੋਈ ਮਨੁੱਖ ਹੈ ਉਹਦੀ ਸੇਵਾ ਕਰ ਦਿਓ, ਜੋ ਉਹਦੀ ਜ਼ਰੂਰਤ ਹੈ ਪੂਰੀ ਕਰ ਦਿਓ। ਤੇ ਮਨੁੱਖ ਤੇ ਸਿੱਖ ਕੋਈ ਵੱਖਰੇ ਥੋੜ੍ਹਾ ਨੇ, ਬਲਕਿ ਸਿੱਖ ਤਾਂ ਪੂਰਨ ਮਨੁੱਖਤਾ ਦੇ ਮੁਕਾਮ 'ਤੇ ਪਹੁੰਚਦਾ ਹੈ। ਗੁਰਦੇਵ ਕਿਰਪਾ ਕਰਨ ਅਸੀਂ ਐਸਾ ਕਰ ਸਕੀਏ, ਤੇ ਕਰਾਂਗੇ ਤੇ ਸਤਿਗੁਰ ਦੀ ਖੁਸ਼ੀ, ਸਤਿਗੁਰ ਦੀ ਦਿਆਲਤਾ ਤੇ ਸ਼ਰਧਾ ਪੂਰੀਆਂ ਹੋਣਗੀਆਂ। ਤਾਂ ਕਹਿੰਦੇ ਹਰ ਜੀਉ ਕਿਰਪਾ ਕਰੈ ਤਾਂ ਨਾਮ ਧਿਆਈਏ ਜੀਓ। ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਏ ਜੀਓ। ਤੇ ਫਿਰ ਗੁਣ ਗਾਏ ਵਿਗਸੇ ਸਦਾ ਅੰਦਨ ਜਾਂ ਹਰ ਆਪ ਕਿਰਪਾ ਕਰੇ। ਗੁਰੂ ਕੇਵ ਕਿਰਪਾ ਕਰਨ, ਸਤਿਗੁਰ ਮਿਲੇ, ਸਤਿਗੁਰ ਦਾ ਦਰਸ਼ਨ ਸੰਗਤ ਪ੍ਰਾਪਤ ਕਰੀਏ, ਤੇ ਸਤਿਗੁਰ ਸਾਨੂੰ ਆਪਣੀ ਸੰਗਤ ਵਿੱਚ ਮਿਲਾ ਕੇ ਆਪਣੇ ਨਾਲ ਮਿਲਾ ਲੈਣ। ਜਿਵੇਂ ਨਿੱਕੀ ਨਿੱਕੀ ਬੂੰਦਾਂ, ਇੱਕ ਬਚਨ ਪੈ ਕੇ ਸਮਾਪਤੀ ਕਰਾਂ। ਜੋ ਮੀਂਹ ਉੱਠੇ ਨਲੀਆਂ ਨਾਲੀਆਂ ਟੋਭਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ। ਆ ਮੀਂਹ ਪੈਂਦਾ ਹੈ ਤੇ ਸਾਡੇ ਸ਼ਹਿਰਾਂ ਦੀਆਂ ਨਾਲੀਆਂ ਨੂਲੀਆਂ ਦਾ ਸਾਰਾ ਪਾਣੀ ਕਿੱਥੇ ਜਾਂਦਾ ਹੈ? ਚਲੋ ਇੱਥੇ ਤੇ ਗੰਗਾ 'ਚ ਨਹੀਂ ਜਾਂਦਾ, ਬਹੁਤਾਤ ਪਾਣੀ ਕਿਸੇ ਵੱਡੇ ਦਰਿਆ 'ਚ ਚਲਾ ਜਾਂਦਾ ਹੈ ਘੁੰਮ ਘੁਮਾ ਕੇ, ਤੇ ਵੱਡੇ ਦਰਿਆ ਦੇ ਸਦਕੇ ਉਹ ਸਾਗਰ ਤੱਕ ਪਹੁੰਚ ਜਾਂਦਾ ਹੈ। ਭਾਵੇਂ ਦੁਨੀਆ ਕਹਿੰਦੀ ਹੋਵੇ ਗੰਦਾ ਨਾਲਾ ਹੈ, ਪਰ ਪਹੁੰਚਦਾ ਵੀ ਸਾਗਰ ਤੱਕ ਹੈ। ਪਰ ਕਦੋਂ? ਜਦੋਂ ਮੀਂਹ ਪੈਂਦਾ ਹੈ ਤੇ ਕਿਸੇ ਦਰਿਆ ਦਾ ਸਾਥ ਮਿਲ ਜਾਂਦਾ ਹੈ। ਮਹਾਰਾਜ ਨੇ ਗੰਗਾ ਦਾ ਨਾਂ ਵਰਤਿਆ, ਕਹਿਣ ਲੱਗੇ ਮੀਂਹ ਪੈਂਦਾ ਹੈ, ਮੀਂਹ ਉੱਠੇ ਨਲੀਆਂ ਨਾਲੀਆਂ ਟੋਭਿਆਂ ਕਾ ਜਲ ਜਾਏ ਪਵਿ ਸੁਰਸਰੀ। ਸੁਰਸਰੀ ਮਿਲਤ ਪਵਿੱਤਰ ਪਾਵਨ ਹੋ ਜਾਵੇ। ਸੰਗਤ ਵਿੱਚ ਆ ਗਿਆ ਸਾਡੇ ਵਰਗਾ ਕੋਈ ਮਾੜਾ ਜੀਵ ਵੀ ਪਵਿੱਤਰ ਹੋ ਜਾਂਦਾ ਹੈ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦਿਆਂ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।